ਬਿਲਾਵਲ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਿਲਾਵਲ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਤਨ ਤਨ ਜੋ ਬਨ ਚਲਤ ਗਿਆ, ਇਹ ਜੀਵ ਤੇਰਾ ਤਨ ਦਾ ਤਾਣ, ਧਨ ਦਾ ਹੰਕਾਰ, ਜਵਾਨੀ ਦਾ ਮਾਣ, ਅੰਤ ਨੂੰ ਚਲਿਆ ਜਾਣਾ ਹੈ। ਇਸੇ ਪ੍ਰਕਾਰ ਤਨ ਤਨ ਜੋ ਬਨ ਚਲਤ ਗਿਆ, ਇਹ ਜੋ ਤਨ ਦਾ ਤਾਣ ਹੈ, ਧਨ ਦਾ ਹੰਕਾਰ ਹੈ, ਜਵਾਨੀ ਦਾ ਮਾਣ ਹੈ, ਇਹਨਾਂ ਚਲਾ ਕੇ ਤੂੰ ਵਿਅਰਥ ਹੀ ਪਰਲੋਕ ਨੂੰ ਚਲਿਆ ਜਾਣਾ ਹੈ, ਜਾਂ ਤੇਰਾ ਜੀਵਨ ਵਿਅਰਥ ਹੀ ਚਲਿਆ ਗਿਆ ਹੈ। ਰਾਮ ਨਾਮ ਕਾ ਭਜਨ ਨ ਕੀਨੋ, ਇਹ ਜੀਵ ਤੂੰ ਰਮੰਤੀ ਸਾ ਰਾਮ ਪਰਮਾਤਮਾ ਦੇ ਨਾਮ ਦਾ ਭਜਨ ਸਿਮਰਨ ਨਹੀਂ ਕੀਤਾ। ਕਰਤ ਬੇਕਾਰ ਨਿਸਭੋਰ ਪਿਆ, ਐਵੇਂ ਵਿਕਾਰਾਂ ਵਾਲੇ ਕਰਮ ਕਰਦਿਆਂ ਜਵਾਨੀ ਰੂਪ ਰਾਤ ਤੋਂ ਬਿਰਧ ਅਵਸਥਾ ਰੂਪ ਦਿਨ ਹੋ ਗਿਆ ਹੈ, ਜਾਂ ਅਵਸਥਾ ਰੂਪ ਰਾਤ ਤੋਂ ਕਾਲ ਰੂਪ ਸਵੇਰਾ ਹੋ ਆਇਆ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਅਨਕ ਪ੍ਰਕਾਰ ਭੋਜਨ ਨਿਤ ਖਾਤੇ, ਇਹ ਜੀਵ ਤੂੰ ਨਿਤਾ ਪ੍ਰਤੀ ਅਨੇਕ ਤਰ੍ਹਾਂ ਦਾ ਭੋਜਨ ਖਾਣਾ ਕਰਦਾ ਹੈ। ਮੁਖ ਦੰਤਾ ਘਸ ਖੀਨ ਖਾਇਆ, ਤੇ ਖਾਂਦਿਆਂ ਖਾਂਦਿਆਂ ਮੋਹ ਇਕੱਠਾ, ਖਾਂਦਿਆਂ ਖਾਂਦਿਆਂ ਤੇਰਾ ਮੂੰਹ ਵੀ ਘਸ ਗਿਆ ਹੈ। ਕਿਵੇਂ? ਵਿੱਚੋਂ ਦੰਦ ਨਿਕਲ ਗਏ, ਜਾੜਾਂ ਦੇ ਵਿੱਚ ਦਾੜਾਂ ਦੇ ਵਿੱਚ ਪਾਕ ਪੈ ਗਈ, ਤੇ ਇੰਨੀ ਭੈੜੀ ਬਦਬੂ ਆਉਂਦੀ ਹੈ, ਡਾਕਟਰ ਹੱਥ ਪਾਉਣ ਲੱਗਾ ਵੀ ਡਰਦਾ ਹੈ, ਕੀੜੇ ਵਿੱਚ ਪੈ ਗਏ। ਇਹ ਸਭ ਖਾਣ ਪੀਣ ਦੀਆਂ ਹੀ ਬਿਮਾਰੀਆਂ ਨੇ, ਪੇਟ ਦੀ ਖਰਾਬੀ ਦੇ ਨਾਲ ਹੀ ਸਾਰਾ ਕੁਛ ਹੁੰਦਾ ਹੈ। ਇਉਂ ਦੰਦ ਵੀ ਨਾਸ਼ ਹੋ ਗਏ ਹਨ, ਔਰ ਸਰੀਰ ਦਾ ਜਿੰਨਾ ਵੀ ਬਲ ਹੈ ਉਹ ਨਾਸ਼ ਹੋ ਗਿਆ। ਚਿਹਰੇ 'ਤੇ ਸੁੱਕੀ ਮੂਲੀ ਤਰ੍ਹਾਂ ਝੁਰੜੀਆਂ ਪੈ ਗਈਆਂ। ਅਖੇ ਜੀ ਗੋਡਿਆਂ 'ਚੋਂ ਗਰੀਸ ਘਟ ਗਈ, ਦਰਦ ਕਰਨ ਲੱਗ ਪਏ, ਨਾ ਹੁਣ ਉਹਦੇ 'ਚ ਪਏ ਅਤੇ ਨਾ ਖਹਿੜਾ ਛੁੱਟੇ। ਇਸ ਵਾਸਤੇ ਪਤਾ ਨਹੀਂ ਕੀ ਹੋ ਗਿਆ, ਜੋ ਸਰੀਰ ਵਿੱਚ ਕਮਜ਼ੋਰੀ ਆ ਗਈ ਹੈ। ਮੇਰੀ ਮੇਰੀ ਕਰ ਕਰ ਮੂਠਾ, ਇਹ ਜੀਵ ਤੂੰ ਮੇਰੀ ਮੇਰੀ ਕਰਦਿਆਂ ਲੁੱਟਿਆ ਗਿਆ ਹੈ ਵਿਕਾਰਾਂ ਦੇ ਹੱਥੋਂ। ਆ ਮੇਰੀ ਜਰ ਹੈ, ਮਤਲਬ ਸੋਨਾ ਹੈ, ਚਾਂਦੀ ਹੈ, ਅਤੇ ਆ ਮੇਰੀ ਜੋਰੂ ਹੈ, ਮੇਰੀ ਇਸਤਰੀ ਹੈ, ਆ ਮੇਰਾ ਬਾਲ ਬੱਚਾ ਹੈ। ਇਉਂ ਸੋ ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜੋ ਮਰਜ਼ੀ ਤੂੰ ਦਾਨ ਕਰ ਲੈ, ਪੁੰਨ ਕਰ ਲੈ, ਭਜਨ ਸਿਮਰਨ ਕਰ ਲੈ, ਜਦੋਂ ਤੱਕ ਮੈਂ ਮੇਰੀ ਨਹੀਂ ਛੱਡਦਾ ਉਦੋਂ ਤੱਕ ਤੇਰਾ ਕੁਝ ਸੌਰਨ ਵਾਲਾ ਨਹੀਂ। ਤੂੰ ਇਕੱਲਾ ਹੀ ਨਹੀਂ, ਤੇਰੇ ਤੋਂ ਪਹਿਲਾਂ ਬੜੇ ਇਸ ਤਰ੍ਹਾਂ ਕਰਦੇ ਚਲੇ ਗਏ। ਮੇਰੀ ਮੇਰੀ ਕਹਿਨੋਂ ਕਰਤੇ, ਦੁਰਯੋਧਨ ਸੇ ਭਾਈ, ਬਾਰਹ ਜੋਜਨ ਸ਼ਤਰ ਚੱਲੈ ਥਾ, ਦੇਹੀ ਗਿਰਜ ਨ ਖਾਈ। ਉਹਨਾਂ ਦੀ ਦੇਹ ਗਿਲਜਾਂ ਨੇ ਵੀ ਨਹੀਂ ਖਾਧੀ। ਜਿਹੜਾ ਦੁਰਯੋਧਨ ਕੈਰਵਾਂ ਦਾ ਸੀਗਾ ਰਾਜਾ, 100 ਦੇ 100 ਭਰਾ ਲੈ ਕੇ ਬੈਠ ਗਿਆ। ਆਪ ਤਾਂ ਜਾਣਾ ਹੀ ਸੀਗਾ, ਸਿਰਫ ਇਹੀ ਬਿਮਾਰੀ ਵੀ ਉਹਨੇ ਮੇਰੀ ਨਹੀਂ ਛੱਡੀ, ਮੈਂ ਨਹੀਂ ਛੱਡੀ। ਬੰਦਾ ਮਰ ਭਾਵੇਂ ਜਾਏ ਅਤੇ ਪਰ 1 ਇੰਚ ਜ਼ਮੀਨ ਦੇਣ ਨੂੰ ਤਿਆਰ ਨਹੀਂ ਹੈ। ਜੇ ਆਪ ਮਰ ਗਿਆ ਫਿਰ ਕੀ ਫਾਇਦਾ ਹੋਇਆ ਜ਼ਮੀਨਾਂ ਦਾ। ਇਸ ਲਈ ਤੂੰ ਲੁੱਟਿਆ ਗਿਆ ਵਿਕਾਰਾਂ ਦੇ ਹੱਥੋਂ। ਅਤੇ ਪਾਤਸ਼ਾਹ ਜੀ ਫਰਮਾਉਂਦੇ ਨੇ, ਪਾਪ ਕਰਤਾ ਨਹ ਪਰੀ ਦਇਆ, ਪਾਪ ਮੰਦ ਕਰਮ ਕਰਦਿਆਂ ਤੈਨੂੰ ਮਿਹਰ ਨਹੀਂ ਪਈ। ਭਾਵ ਦੁਨੀਆ ਇੰਨੀ ਲੁਟੇਰੂ ਹੈ, ਉਹ ਸਕੀਆਂ ਭੈਣਾਂ ਨੂੰ ਵੀ ਠੱਗ ਲੈਂਦੇ ਨੇ।
ਸਕਿਆ ਸੋਧਰਾਂ ਨੂੰ, ਭਾਵ ਹਿੰਸਕ ਹੋ ਕੇ ਜੀਵ ਘਾਤ ਕਾਰਨ ਤੱਕ ਚਲੇ ਜਾਂਦੇ ਹਨ। ਮੈਂ ਸੁਣਿਆ ਉਹ ਕਿਸੇ ਨੇ ਆਖਿਆ ਵੀ ਮੇਰਾ ਪਿਓ ਠੀਕ ਨਹੀਂ ਹੁੰਦਾ। ਮੈਂ ਕਿਹਾ ਤੁਸੀਂ ਤਾਂ ਅੰਮ੍ਰਿਤਧਾਰੀ ਹੋ। ਕਹਿੰਦੇ ਭੂਆ ਮਾਰੀ ਸਾਡੇ ਪਿਓ ਨੇ। ਕਾਹਤੋਂ ਮਾਰੀ? ਹਿੱਸਾ ਮੰਗਣ ਆਉਂਦੀ ਸੀ ਕਾਰ 'ਤੇ। ਉਹ ਹੁਣ ਕਾਰ 'ਤੇ ਹੀ ਆਉਂਦੀ ਹੈ, ਦਿਖਾਲੀ ਦਿੰਦੀ ਹੈ, ਕਹਿੰਦੀ ਪੁੱਤ ਤੈਨੂੰ ਛੱਡਣਾ ਨਹੀਂ ਹੁਣ ਮੈਂ, ਆਪਦਾ ਹਿੱਸਾ ਤਾਂ ਜਿਸ ਤਰ੍ਹਾਂ ਮਰਜ਼ੀ ਹੈ, ਹੁਣ ਤੇਰਾ ਵੀ ਨਹੀਂ ਰਹਿਣ ਦੇਣਾ। ਅਤੇ ਕਹਿੰਦੇ ਜੀ ਸੰਪੜ ਪਾਠ ਕਰੀਏ। ਮੈਂ ਕਿਹਾ ਵੀ ਤੁਹਾਨੂੰ ਮਹਾਰਾਜ ਨੇ ਦਾਤ ਬਖਸ਼ੀ ਹੈ ਅਤੇ ਹੁਣ ਡਿਊਟੀ ਛੱਡ ਕੇ ਪਹਿਲਾਂ ਕੁਛ ਹੋਰ ਸੀ, ਔਖਾ ਹੈ, ਤੂੰ ਆਪ ਹੀ ਕਰ। ਸਾਰਾ ਸਮਝ ਕੇ ਗਿਆ। ਘਰ ਜਾਂਦਿਆਂ ਨੂੰ ਉਹ ਮਾਂ ਤਾਂ ਗੁਰਦੁਆਰੇ ਮੱਥਾ ਟੇਕਣ ਚਲੀ ਗਈ ਅਤੇ ਪਿਓ ਨੇ ਬੋਤਲ ਚਾੜ੍ਹੀ ਅਤੇ ਕੋਠੇ ਤੋਂ ਛਾਲ ਮਾਰ ਕੇ, ਪਤਾ ਨਹੀਂ ਕੀ ਹੋਇਆ, ਉਹ ਭੂਆ ਜਿਹਦਾ ਕਤਲ ਕੀਤਾ ਸੀ ਉਹ ਨਾਲ ਹੀ ਲੈ ਗਈ ਵੀ ਚੱਲ ਪੁੱਤ ਤੂੰ ਵੀ ਮੇਰੇ ਨਾਲ ਹੀ ਚੱਲ, ਆਪਦੀ ਫੌਜ ਵਧਾਈਏ, ਇੱਥੇ ਕੀ ਪਿਆ ਪੈਲੀਆਂ ਪੂਣੀਆਂ 'ਚ, ਜੇ ਮੈਨੂੰ ਨਹੀਂ ਹਿੱਸਾ ਦਿੱਤਾ ਤਾਂ ਤੇਰਾ ਵੀ ਨਹੀਂ ਰਹਿਣ ਦੇਣਾ। ਇਸ ਤਰ੍ਹਾਂ ਦੁਨੀਆ ਦੀ ਹਾਲਤ ਬਹੁਤ ਤਰਸਯੋਗ ਹੈ। ਭਾਵੇਂ ਸਾਰੀ ਪੈਲੀ ਵਕੀਲਾਂ ਦੇ ਘਰ ਚਲੀ ਜਾਏ, ਵੇਚ ਵੱਟ ਕੇ ਉਹਨਾਂ ਨੂੰ ਫੀਸਾਂ ਦੇਈ ਜਾਓ, ਅਤੇ ਪਰ ਸਹਿਮਤੀ ਫੈਸਲਾ ਨਹੀਂ ਕਰਨਾ। ਇਸ ਵਾਸਤੇ ਇਹੋ ਜਿਹੀ ਇਹ ਸਰੀਰ ਦੇ ਵਿੱਚ ਮਹਾਰਾਜ ਨੇ ਬਿਮਾਰੀ ਪਾਈ ਹੈ। ਸਭ ਜੀਵ 84 ਲੱਖ ਜੂਨਾਂ ਦੇ ਬਿਮਾਰੀਆਂ ਗ੍ਰਸਤ ਹਨ। ਭੈਰੋਂ ਰਾਗ 'ਚ ਪਾਤਸ਼ਾਹ ਦਾ ਬਚਨ ਹੈ, ਭਾਵਰ ਬਾਸਨ ਰੋਗ ਭਵਰ ਬਿਨ ਸਾਨੋ। ਜਿਹੜਾ ਭੌਰਾ ਹੈ ਇਹਨੂੰ ਸੁਗੰਧੀ ਦਾ ਰੋਗ ਲਾਇਆ ਹੋਇਆ ਹੈ, ਅਤੇ ਜਿਹੜੀ ਮੱਛੀ ਹੈ ਇਹਨੂੰ ਖਾਣ ਦਾ ਰੋਗ ਲਾਇਆ, ਜ਼ਬਾਨ ਦਾ ਚਸਕਾ ਲਾਇਆ ਹੈ। ਨਾਦ ਹੇਤ ਗਏ ਕੁਰੰਕਾ, ਜਿਹੜਾ ਹਰਨ ਹੈ ਉਹਨੂੰ ਸੁਣਨ ਦਾ ਰੋਗ ਲਾਇਆ ਹੋਇਆ ਹੈ। ਅਤੇ ਜਿਹੜਾ ਬੰਦਾ ਹੈ ਉਹਨੂੰ ਮੈਂ ਮੇਰੀ ਦੀ ਬਿਮਾਰੀ ਪਾਤਸ਼ਾਹ ਨੇ ਆਪ ਲਾਈ ਹੈ। ਕਹਿੰਦੇ ਹਉਮੈ ਰੋਗ ਮਾਨੁਖ ਕੋ ਦੀਨਾ, ਇਹ ਮਰਦੇ ਦਮ ਤੱਕ ਨਹੀਂ ਛੱਡਦਾ। ਪਾਤਸ਼ਾਹ ਜੀ ਫਰਮਾਉਂਦੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਭਾਈ ਗੁਰਦਾਸ ਜੀ ਦਾ ਬਚਨ ਹੈ, ਇਹ ਹਉਮੈ ਦਾ ਨਾਸ਼ ਵਾਹਿਗੁਰੂ ਗੁਰਮੰਤਰ ਜਪਣ ਤੋਂ ਹੋਣਾ, ਜੋ ਆਪਾਂ ਜਪਣਾ ਨਹੀਂ ਹੈ। ਅਤੇ ਇਸ ਲਈ ਮੈਂ ਮੇਰੀ ਦੇ ਵਿੱਚ ਇਹ ਵਿਕਾਰਾਂ ਦੇ ਹੱਟੋਂ ਲੁੱਟਿਆ ਗਿਆ ਹੈ। ਹੰਕਾਰ ਦੇ ਵਿੱਚ, ਕਾਮ ਕ੍ਰੋਧ ਦੇ ਵਿੱਚ ਕਤਲੇਆਮ ਕਰਦਿਆਂ ਤੋਂ ਗੁਰੇਜ਼ ਨਹੀਂ ਕਰਦਾ। ਪਾਪ ਕਰਤ, ਪਾਪ ਮੰਦ ਕਰਮ ਕਰਦੇ ਆ, ਨਹਿ ਪਰੀ ਦਇਆ, ਮਨ ਵਿੱਚ ਦਇਆ ਨਹੀਂ ਆਈ, ਤਰਸ ਨਹੀਂ ਆਇਆ ਹੈ। ਮਹਾ ਬੇਕਾਰ ਕੋਰ ਦੁਖ ਸਾਗਰ, ਜੋ ਬਹੁਤ ਵਿਕਾਰਾਂ ਰੂਪੀ ਭਿਆਨਕ ਤੇ ਦੁੱਖਾਂ ਦਾ ਸੰਸਾਰ ਰੂਪ ਸਮੁੰਦਰ ਹੈ। ਤਿਸ ਮੈਂ ਪ੍ਰਾਣੀ ਗਲਤ ਪਿਆ, ਇਹ ਪ੍ਰਾਣਾਧਾਰੀ ਜੀਵ ਤੂੰ ਤੇ ਸੰਸਾਰ ਦੇ ਮੋਹ ਦੇ ਵਿੱਚ ਗਲਤਾਨ ਹੋਇਆ ਪਿਆ ਹੈ। ਸਰਣ ਪਾਰੇ ਨਾਨਕ ਸੁਆਮੀ ਕੀ, ਸਤਿਗੁਰੂ ਪਾਤਸ਼ਾਹ ਫਰਮਾਉਂਦੇ ਕਿ ਇਹ ਜੀਵ ਜੋ ਵੀ ਮਾਲਕ ਪਰਮਾਤਮਾ ਦੀ ਓਟ ਦੇ ਵਿੱਚ ਪਏ ਹਨ, ਬਾਹ ਪਕਰ ਪ੍ਰਭ ਕਾਂਡ ਲਿਆ, ਪਰਮਾਤਮਾ ਨੇ ਪ੍ਰਤੱਖ ਜਾਂ ਬਿਰਤੀ ਰੂਪ ਬਾਂਹ ਤੋਂ ਪਕੜ ਕੇ ਉਹਨਾਂ ਨੂੰ ਇਸ ਸੰਸਾਰ ਸਮੁੰਦਰ ਤੋਂ ਬਾਹਰ ਕੱਢ ਲਿਆ ਹੈ। ਕਾਢੀ ਨਰਕ ਤੇ ਧੂ, ਨਰਕਾਂ ਤੋਂ ਵੀ, ਇਹ ਸੰਸਾਰ ਦੇ ਨਰਕਾਂ ਤੋਂ ਵੀ ਬਾਹਰ ਕੱਢ ਲਿਆ। ਬਿਲਾਵਲ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਬਿਲਾਵਲ ਰਾਗ 'ਚ ਫਰਮਾਉਂਦੇ ਹਨ, ਆਪਣਾ ਪ੍ਰਭ ਆਇਆ ਚੀਤ, ਇੱਕ ਵਾਰ ਤੁਸੀਂ ਵੀ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਭਾਈ ਸਾਨੂੰ ਆਪ ਦਾ ਆਸਰਾ ਰੂਪ ਪਰਮਾਤਮਾ ਹੀ ਚੇਤੇ ਵਿੱਚ ਆਇਆ ਹੈ। ਦੁਸ਼ਮਨ ਦੁਸ਼ਟ ਰਹੇ ਝਖ ਮਾਰਤ, ਦੁਸ਼ਮਣੀ ਕਰਨ ਵਾਲੇ ਭੈੜੇ ਮਨੁੱਖ ਝੱਕਾ ਮਾਰਦੇ, ਪਾ ਵਿਅਰਥ ਬੋਲਦੇ ਹੀ ਰਹਿ ਗਏ। ਕੁਸਲ ਭਇਆ ਮੇਰੇ ਭਾਈ ਮੀਤ, ਇਹ ਮੇਰੇ ਭਾਈ ਮਹਾਦੇਵ ਤੇ ਮਿੱਤਰ ਬਾਬਾ ਬੁੱਢਾ ਜੀ ਆਦਿ ਗੁਰਮੁਖ ਜਣੋ, ਹੁਣ ਮੈਨੂੰ ਕੁਸਲ ਸੁਖ ਪ੍ਰਾਪਤ ਹੋਇਆ ਹੈ।
ਇਸੇ ਪ੍ਰਕਾਰ ਦੁਸ਼ਮਨ ਦੁਸ਼ਟ ਰਹੇ ਝਖ ਮਾਰਤ। ਦੁਸ਼ਮਣੀ ਕਰਨ ਵਾਲੇ ਕਾਮ ਕ੍ਰੋਧ ਆਦਿਕ ਵਿਕਾਰ ਅਤੇ ਦੁਸ਼ਟਤਾਈ ਕਰਨ ਵਾਲੇ ਇੰਦਰੇ ਆਪੋ ਆਪਣੇ ਵਿਸ਼ਿਆਂ ਵੱਲ ਖਿੱਚਣ ਰੂਪ ਝੱਖਾ ਮਾਰਦੇ ਹੀ ਰਹਿ ਗਏ, ਭਾਵ ਇਹਨਾਂ ਦਾ ਸਾਡੇ 'ਤੇ ਕੋਈ ਅਸਰ ਨਾ ਹੋਇਆ। ਕੁਸਲ ਭਇਆ ਮੇਰੇ ਭਾਈ ਮੇਤ। ਸੋ ਇਹ ਸ਼੍ਰਵਣ ਕਰਨ ਵਾਲੇ ਭਾਈ ਭਰਾਵੋ ਤੇ ਵਿਵੇਕ ਵੈਰਾਗ ਵਾਲੇ ਮਿੱਤਰੋ, ਸਾਨੂੰ ਹੁਣ ਆਤਮਿਕ ਆਨੰਦ ਪ੍ਰਾਪਤ ਹੋਇਆ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਗਈ ਬਿਆਦ ਉਪਾਦ ਸਭ ਨਸੀ। ਇਹ ਭਾਈ ਸਰੀਰ ਦੀ ਵਾਯ ਪਿੱਤ ਕਫ ਕਰਕੇ ਹੋਣ ਵਾਲੀ ਪੀੜਾ ਇਹ ਚਲੀ ਗਈ ਹੈ, ਤੇ ਉਪਾਦ ਬਾਹਰੋਂ ਕਿਸੇ ਲੜਾਈ ਝਗੜੇ ਕਰਕੇ ਕਾਰਨ ਹੋਣ ਵਾਲੀ ਪੀੜਾ ਇਹ ਵੀ ਸਾਰੀ ਨਾਸ਼ ਹੋ ਗਈ ਹੈ। ਅੰਗੀਕਾਰ ਕੀਓ ਕਰਤਾਰ। ਸੋ ਅੰਗੀਕਾਰ ਇਹਦਾ ਅਰਥ ਹੈ ਪੱਖ ਕਰਨਾ। ਜਿਵੇਂ ਮਾਂ ਆਪਦੇ ਬੱਚੇ ਦਾ ਪੱਖ ਕਰਦੀ ਹੈ, ਭਾਵੇਂ ਗਲਤੀ ਵੀ ਹੋਵੇ ਤਾਂ ਵੀ ਬੱਚੇ ਦਾ ਪੱਖ ਕਰਦੀ ਹੈ, ਤੋ ਇਉਂ ਆਦ ਵਿਆਦ ਉਪਾਦ ਇਹ ਸਾਰੀ ਪੀੜਾ ਵੀ ਨਸ਼ ਗਈ। ਕਿਉਂਕਿ ਕਰਤਾ ਪੁਰਖ ਨੇ ਸਾਡਾ ਪੱਖ ਕੀਤਾ ਹੈ ਆਪਦੇ ਬੱਚੇ ਜਾਣ ਕੇ। ਸਾਤ ਸੁਖਾ ਯਾਰ ਅਨੰਦ ਕਨੇਰੇ। ਸਾਡੇ ਮਨ ਵਿੱਚ ਵੀ ਸਭ ਵਾਸ਼ਨਾ ਦਾ ਲਹਿ ਰੂਪ ਸ਼ਾਂਤੀ ਪ੍ਰਾਪਤ ਹੋਈ ਹੈ, ਤੇ ਸਰੀਰ ਵਿੱਚ ਬੇਅੰਤ ਸੁਖ ਪ੍ਰਾਪਤ ਹੋਇਆ, ਅਤੇ ਰਸਨਾ ਦੁਆਰਾ ਗੁਣ ਗਾਉਣ ਕਰਕੇ ਆਨੰਦੋ ਆਨੰਦ ਘਣਾ ਮੈਂ ਸੋ ਪ੍ਰਭ ਡੀਠਾ ਰਾਮ ਬੇਅੰਤ ਆਨੰਦ ਪ੍ਰਾਪਤ ਹੋਏ ਹਨ। ਪ੍ਰੀਤਮ ਨਾਮ ਹਿਰਦੈ ਰਹਾਰ। ਕਿਉਂਕਿ ਅਸੀਂ ਪਿਆਰੇ ਪ੍ਰਭੂ ਦਾ ਨਾਮ ਰੂਪ ਹਾਰ ਸਾਹ ਰੂਪ ਧਾਗੇ ਦੇ ਵਿੱਚ ਪਰੋ ਕੇ ਆਪਣੇ ਹਿਰਦੇ ਰੂਪ ਕੰਠ ਦੇ ਵਿੱਚ ਪਹਿਰਨਾ ਕੀਤਾ ਹੈ। ਜੀਉ ਪਿੰਡ ਧਨ ਰਪਰਾਸ ਪ੍ਰਭ ਤੇਰੀ। ਇਹ ਮੇਰੇ ਪਰਮਾਤਮਾ ਸਾਡੀ ਚਿੰਦ, ਇਹ ਸਾਡਾ ਸਰੀਰ ਧਨ ਆਦਿਕ ਸਭ ਤੇਰੀ ਹੀ ਰਾਸ ਪੂੰਜੀ ਹੈ। ਤੂੰ ਸਮਰੱਥ ਸੁਆਮੀ ਮੇਰਾ। ਤੂੰ ਸਰਬ ਸ਼ਕਤੀਮਾਨ ਅਤੇ ਮੇਰਾ ਮਾਲਕ ਹੈ, ਹੇ ਵਾਹਿਗੁਰੂ। ਦਾਸ ਆਪਣੇ ਕਉ ਰਾਖਣ ਹਾਰਾ। ਫਿਰ ਹੇ ਪ੍ਰਮਾਤਮਾ ਤੂੰ ਆਪਣੇ ਸੇਵਕਾਂ ਨੂੰ ਵਿਕਾਰਾਂ ਆਦਿਕ ਤੋਂ ਬਚਾ ਕੇ ਰੱਖਣ ਵਾਲਾ ਹੈ। ਨਾਨਕ ਦਾਸ ਸਦਾ ਹੈ ਚੇਰਾ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ, ਮੈਂ ਸੇਵਕ ਦਾਸ ਹਮੇਸ਼ਾ ਤੇਰਾ ਹੀ ਚੇਲਾ ਤੇਰਾ ਹੀ ਸੇਵਕ ਹਾਂ। ਬਿਲਾਵਲ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਬਿਲਾਵਲ ਰਾਗ ਵਿੱਚ ਇਹ ਅਗਲਾ ਸ਼ਬਦ ਉਚਾਰ ਰਹੇ ਹਨ। ਗੋਬਿੰਦ ਸਿਮਰ ਹੋਆ ਕਲਿਆਣ। ਇਹ ਭਾਈ ਗੋਬਿੰਦ ਪਰਮਾਤਮਾ ਦਾ ਨਾਮ ਯਾਦ ਕਰਕੇ ਹੀ ਸੁਖ ਪ੍ਰਾਪਤ ਹੋਇਆ ਹੈ। ਮਿਟੀ ਉਪਾਦ ਪਿਆ ਸੁਖ ਸਾਚਾ। ਉਪਾਦ ਜੋ ਬਾਹਰੋਂ ਕਲੇਸ਼ ਲੜਾਈ ਝਗੜੇ ਦੀ ਪੀੜਾ ਇਹ ਵੀ ਮਿਟੀ ਨਿਵਰਤ ਹੋ ਗਈ ਹੈ, ਅਤੇ ਭਇਆ ਸੁਖ ਸਾਚਾ ਸੱਚਾ ਆਤਮਿਕ ਸੁਖ ਆਨੰਦ ਪ੍ਰਾਪਤ ਹੋਇਆ ਹੈ। ਅੰਤਰ ਜਾਮੇ ਸਿਮਰਿਆ ਜਾਨ। ਕਿਉਂਕਿ ਪ੍ਰਭੂ ਨੂੰ ਅਸੀਂ ਅੰਦਰ ਦੀ ਜਾਣਨ ਵਾਲਾ ਸਮਝ ਕੇ ਸਿਮਰਨਾ ਕੀਤਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਜਸ ਕੇ ਜੀ ਤਨ ਕੀਏ ਸੁਖਾਲੇ। ਜਿਸ ਵਾਹਿਗੁਰੂ ਦੇ ਸਾਰੇ ਜੀਆ ਜੰਤ ਬਣਾਏ ਨੇ, ਤਿਸ ਨੇ ਗੁਰਾਂ ਦੁਆਰਾ ਆਪਣਾ ਅੰਮ੍ਰਿਤ ਨਾਮ ਦੇ ਕੇ ਸੁੱਖ ਦੇ ਸਹਿਤ ਕਰ ਦਿੱਤੇ ਹਨ। ਭਗਤ ਜਨਾਂ ਕਉ ਸਾਚਾ ਤਾਣ। ਸੇਵਕ ਜਨਾਂ ਨੂੰ ਹਰੀ ਦਾ ਹੀ ਸੱਚਾ ਬਲ ਹੈ, ਜਾਂ ਸੱਚੇ ਹਰੀ ਨੇ
ਭਗਤ ਜਨਾਂ ਨੂੰ ਵਿਵੇਕ ਦਾ ਬਲ ਬਖਸ਼ਿਸ਼ ਕੀਤਾ ਹੈ। ਦਾਸ ਆਪਣੇ ਕੀ ਆਪੇ ਰਾਖੀ। ਆਪ ਦੇ ਸੇਵਕਾਂ ਦੀ ਪਰਮਾਤਮਾ ਨੇ ਆਪ ਹੀ ਲਾਜ ਇੱਜ਼ਤ ਪਤ ਰੱਖਣਾ ਕੀਤੀ ਹੈ। ਭੈ ਭੰਜਨ ਉਪਰ ਕਰਤੇ ਮਾਣ। ਆਰੋ ਸੇਵਕ ਡਰ ਨੂੰ ਨਾਸ਼ ਕਰਨ ਵਾਲੇ ਪਰਮਾਤਮਾ ਤੇ ਮਾਣ ਫਖਰ ਕਰਦੇ ਹਨ। ਭਈ ਮਿਤਰਾਈ ਮਿਟੇ ਬੁਰਾਈ। ਹਿਰਦੇ ਅੰਦਰ ਸ਼ੁਭ ਗੁਣਾਂ ਦੀ ਮਿੱਤਰਤਾ ਹੋਈ ਹੈ। ਆਸੁਰੀ ਸੰਪਦਾ ਦੀ ਖਰਾਬੀ ਮੰਦੀ ਚਿਤਵਨੀ ਇਹ ਵੀ ਨਿਵਰਤ ਹੋ ਗਈ ਹੈ ਅਤੇ ਗੁਰਾਂ ਦੇ ਨਾਲ ਵੀ ਸਾਡੀ ਮਿੱਤਰਤਾ ਹੋ ਗਈ ਤਾਂ ਸਾਡੀ ਅੰਦਰੋਂ ਬੁਰਾਈ ਆਪਣੇ ਆਪ ਮਿਟ ਗਈ। ਜਾਂ ਪ੍ਰਤੱਖ ਕਾਮ ਆਦਿਕ ਵੈਰੀ ਅਤੇ ਦ੍ਰਿਸ਼ਟ ਦੂਤ ਹਰ ਕਾਢੇ ਸ਼ਾਨ। ਜਿਹੜੇ ਕਾਮ ਆਦਿਕ ਵੈਰੀ ਤੇ ਦੁਸ਼ਟ ਯਮਦੂਤ ਆਦਿਕ ਇਹ ਪ੍ਰਭੂ ਨੇ ਛਾਣ ਕੇ ਜਿਸ ਤਰ੍ਹਾਂ ਸੁਸਰੀਆਂ ਮਸਰੀਆਂ ਬਾਹਰ ਕੱਢ ਦੇਈ ਦੀ ਛਾਨਣੀ ਨਾਲ ਇਸ ਤਰ੍ਹਾਂ ਚੁਣ ਕੇ ਵੱਖ ਕੱਢ ਦਿੱਤੇ ਹਨ। ਭਾਵ ਇਹਨਾਂ ਦਾ ਭੈ ਮੇਟ ਕੇ ਇਹਨਾਂ ਦੀ ਨਿਵਰਤੀ ਕਰ ਦਿੱਤੀ ਹੈ। ਸੂਖ ਸਹਿਜ ਆਨੰਦ ਕਨੇਰੇ। ਸਾਨੂੰ ਅਚੁੱਤ ਸੁਖ ਦੇ ਬੇਅੰਤ ਆਨੰਦ ਪ੍ਰਾਪਤ ਹੋਏ ਹਨ। ਜਾਂ ਇਸੇ ਪ੍ਰਕਾਰ ਭਈ ਮਿਤਰਾਈ ਸੁਖ ਸਹਿਜ ਆਨੰਦ ਕਨੇਰੇ। ਸੁਖ ਅਤੇ ਸਹਿਜ ਸ਼ਾਂਤੀ ਅਤੇ ਬੇਅੰਤ ਆਨੰਦ ਪ੍ਰਾਪਤ ਹੋਏ ਹਨ। ਨਾਨਕ ਜੀਵੈ ਹਰ ਗੁਣ ਹੈ ਵਖਾਣ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਅਸੀਂ ਹਰੀ ਪ੍ਰਮਾਤਮਾ ਦੇ ਗੁਣ ਕਥਨ ਕਰਕੇ ਹੀ ਜਿਉਣਾ ਕਰਦੇ ਹਾਂ। ਬਿਲਾਵਲ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਬਿਲਾਵਲ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਪਾਰ ਬ੍ਰਹਮ ਪ੍ਰਭ ਭਏ ਕਿਰਪਾਲ। ਪਾਪਾਂ ਤੇ ਪੁੰਨਾਂ ਤੋਂ ਪਰੇ ਵਿਆਪਕ ਸਰੂਪ ਪ੍ਰਭੂ ਜੀ ਮਿਹਰਬਾਨ ਹੋਏ ਹਨ। ਕਾਰਜ ਸਗਲ ਸਵਾਰੇ ਸਤਿਗੁਰ। ਸਤਿਗੁਰਾਂ ਨੇ ਸਾਡੇ ਸਾਰੇ ਲੋਕ ਪਰਲੋਕ ਦੇ ਕੰਮ ਸੰਵਾਰ ਦਿੱਤੇ ਹਨ। ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮੈਂ ਲੱਜਾ ਰਾਖੀ ਰਾਮ। ਜਪ ਜਪ ਸਾਧੂ ਭਏ ਨਿਹਾਲ। ਸ੍ਰੇਸ਼ਟ ਸੰਤ ਜਨਾ ਸਤਿਗੁਰਾਂ ਦੁਆਰਾ ਨਾਮ ਜਪ ਜਪ ਕੇ ਆਨੰਦ ਪ੍ਰਸੰਨ ਹੋਏ ਹਨ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਅੰਗੀਕਾਰ ਕੀਆ ਪ੍ਰਭ ਆਪਣਾ। ਆਪ ਦੇ ਪਰਮਾਤਮਾ ਨੇ ਸਾਡਾ ਪੱਖ ਕੀਤਾ ਹੈ। ਦੁਖੀ ਸਗਲੇ ਭਏ ਰਵਾਲ। ਜਿਸ ਕਰਕੇ ਪ੍ਰਤੱਖ ਦੋਖੀ ਜਾਂ ਸ਼ਬਦ ਸਪਰਸ਼ ਰੂਪ ਜਿਹੜੇ ਵੈਰੀ ਇਹ ਸਾਰੇ ਧੂੜ ਰੂਪ ਭਾਵ ਨਾਸ਼ ਹੋ ਗਏ ਹਨ। ਕੰਠ ਲਾਏ ਰਾਖੇ ਜਨ ਆਪਣੇ। ਪਰਮਾਤਮਾ ਨੇ ਆਪ ਦੇ ਦਾਸ ਆਪਣੀ ਅਭੇਦ ਨਿਸ਼ਚੈ ਰੂਪ ਗਲੇ ਨਾਲ ਲਾ ਕੇ ਰੱਖੇ ਹਨ। ਉਦਰ ਲਿਏ ਲਾਏ ਆਪਣੇ ਪਾਲ। ਅਰੇ ਆਪਣੇ ਸ਼ਰਨ ਰੂਪੀ ਜਾਂ ਨਾਮ ਰੂਪੀ ਪੱਲੇ ਦੇ ਵਿੱਚ ਲਾ ਕੇ ਸੰਸਾਰ ਸਮੁੰਦਰ ਤੋਂ ਤਾਰ ਲਏ ਹਨ। ਸਹੀ ਸਲਾਮਤ ਮਿਲ ਘਰ ਆਏ। ਬਾਬਾ ਬੁੱਢਾ ਜੀ ਦੇ ਨਾਲ ਮਿਲ ਕੇ ਬਾਲ ਹਰਗੋਬਿੰਦ ਜੀ ਅਰ ਹੋਰ ਪਰਿਵਾਰ ਵਾਲੇ ਸਾਰੇ ਠੀਕ ਠਾਕ ਗੁਰੂ ਕੇ ਮਹਿਲ ਅੰਮ੍ਰਿਤਸਰ ਰੂਪੀ ਘਰ ਦੇ ਵਿੱਚ ਆਏ ਹਨ। ਜਾਂ ਇਸੇ ਪ੍ਰਕਾਰ ਸਹੀ ਸਲਾਮਤ ਮਿਲ ਕਰ ਆਏ। ਗੁਰਾਂ ਦੇ ਨਾਲ ਮਿਲ ਕੇ ਨਿਸ਼ਚੈ ਕਰਕੇ ਸਰੂਪ ਰੂਪੀ ਘਰ ਦੇ ਵਿੱਚ ਆਏ ਹਾਂ। ਨਿੰਦਕ ਕੇ ਮੁਖ ਹੋਏ ਕਾਲ। ਅਤੇ ਸਲਾਮਤ ਅਸਥਿਤ ਹੋਏ ਹਾਂ। ਨਿੰਦਿਆ ਕਰਨ ਵਾਲਿਆਂ ਦੇ ਮੂੰਹ ਲੋਕ ਪਰਲੋਕ ਦੇ ਵਿੱਚ ਕਾਲੇ ਕਲੰਕਤ ਹੋਏ ਹਨ। ਕਹੋ ਨਾਨਕ ਮੇਰਾ ਸਤਿਗੁਰ ਪੂਰਾ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਮੇਰਾ ਸਤਿਗੁਰੂ ਪੂਰਾ ਪਰਿਪੂਰਨ ਹੈ। ਗੁਰ ਪ੍ਰਸਾਦ ਪ੍ਰਭ ਭਏ ਨਿਹਾਲ। ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਭੂ ਜੀ
ਸਾਡੇ ਉੱਪਰ ਆਨੰਦ ਪ੍ਰਸੰਨ ਹੋਏ ਹਨ, ਜਾਂ ਗੁਰੂ ਅਤੇ ਪ੍ਰਭੂ ਦੀ ਕਿਰਪਾ ਕਰਕੇ ਅਸੀਂ ਨਿਹਾਲ ਦੁੱਖਾਂ ਤੋਂ ਰਹਿਤ ਆਨੰਦ ਪ੍ਰਸੰਨ ਹੋਏ ਹਾਂ। ਬਿਲਾਵਲ ਮਹੱਲਾ ਪੰਜਵਾ। ਬਿਲਾਵਲ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਮੂਹ ਲਾਲਨ ਸਿਉ ਪ੍ਰੀਤ ਬਣੀ। ਇਹ ਭਾਈ ਮੇਰੀ ਲਾਲਣ ਪਿਆਰੇ ਪ੍ਰਮਾਤਮਾ ਦੇ ਨਾਲ ਪ੍ਰੀਤੀ ਬਣ ਆਈ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਤੋਰੀ ਨਾ ਟੂਟੈ ਛੋਰੀ ਨਾ ਛੂਟੈ। ਜੋ ਪ੍ਰੀਤੀ ਕਿਸੇ ਦੀ ਤੋੜੀ ਹੋਈ ਟੁੱਟਦੀ ਨਹੀਂ ਤੇ ਕਿਸੇ ਦੀ ਛੁਡਾਈ ਹੋਈ ਛੁੱਟਦੀ ਨਹੀਂ ਹੈ। ਐਸੀ ਮਹਦੋ ਖਿੰਚਤਨੀ। ਮਾਇਆਪਤੀ ਪਰਮਾਤਮਾ ਨੇ ਸਾਡੇ ਅੰਦਰ ਆਪਣੀ ਅਜਿਹੀ ਪ੍ਰੀਤੀ ਖਿੱਚ ਕੇ ਤਣਨਾ ਕੀਤੀ ਹੈ, ਭਾਵ ਆਪਣੀ ਦ੍ਰਿੜ ਪ੍ਰੀਤੀ ਸਾਡੇ ਹਿਰਦੇ ਅੰਦਰ ਵਸਾਉਣਾ ਕੀਤੀ ਹੈ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਹੇ ਵਾਹਿਗੁਰੂ ਜੀ, ਭਗਤ ਰਵਿਦਾਸ ਜੀ ਕਹਿੰਦੇ ਨੇ, ਮੈਂ ਸੱਚੀ ਪ੍ਰੀਤੀ ਤੇਰੇ ਨਾਲ ਜੋੜੀ ਹੈ। ਸੱਚਮੁੱਚ ਹੀ ਉਹਨਾਂ ਦੀ ਪ੍ਰੀਤੀ ਸੱਚੀ ਸੀ। ਕਹਿੰਦੇ, ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਜੇ ਤੂੰ ਪਹਾੜ ਹੈ ਤੇ ਮੈਂ ਮੋਰ ਬਣ ਕੇ ਉੱਤੇ ਪਹਿਲਾਂ ਪਾਉਂਦਾ ਹਾਂ, ਜੇ ਤੂੰ ਚੰਦਰਮਾ ਹੈ ਤੇ ਮੈਂ ਚਕੋਰ ਬਣ ਕੇ ਤੇਰੇ ਵੱਲ ਵੇਖਦਾ ਹਾਂ। ਇਹੋ ਜਿਹੀ ਪ੍ਰੀਤੀ ਹੈ। ਸੋ ਅਠੇ ਪਹਿਰ ਇੱਕ ਤੇ ਲੈਵੈ, ਮੰਨੇਨ ਹੁਕਮ ਅਪਾਰ। ਅਠੇ ਪੈਰ ਤੇਲ ਧਾਰਾ ਵਤ, ਸੁਰਤੀ ਬਿਰਤੀ। ਇਹ ਵਾਹਿਗੁਰੂ ਕਬੀਰ ਚਰਨ ਕਮਲ ਕੀ ਮੌਜ ਕੋ, ਕਹਿ ਕੈਸੀ ਉਨਮਾਨ। ਕਹਿਬੇ ਕੋ ਸ਼ੋਭਾ ਨਹੀਂ, ਦੇਖਾ ਹੀ ਪ੍ਰਵਾਨ। ਤੇਰੇ ਚਰਨ ਕਮਲਾਂ ਦੇ ਨਾਲ ਸਾਡੀ ਪ੍ਰੀਤੀ ਲੱਗੀ ਹੈ। ਦਿਨ ਸਰੈਨ ਮਨ ਮਹੇ ਬਸਤ ਹੈ। ਹੁਣ ਉਹ ਪ੍ਰਮਾਤਮਾ ਦਿਨ ਅਤੇ ਰਾਤ ਸਾਡੇ ਮਨ ਹਿਰਦੇ ਵਿੱਚ ਵਸ ਰਿਹਾ ਹੈ, ਭਾਵ ਸਾਖਸ਼ਾਤ ਹੋਇਆ ਹੈ। ਵਸਦਾ ਤੇ ਸਾਰਿਆਂ ਦੇ ਹਿਰਦੇ ਵਿੱਚ, ਪਰ ਸਾਨੂੰ ਦਰਸ਼ਨ ਨਹੀਂ ਹੁੰਦੇ। ਤੋ ਇੰਜ ਦਰਸ਼ਨ ਹੋ ਗਏ। ਤੂੰ ਕਰ ਕਿਰਪਾ ਪ੍ਰਭ ਆਪਣੀ। ਅਸੀਂ ਉਸ ਅੱਗੇ ਹੁਣ ਇਹੀ ਬੇਨਤੀ ਕਰਦੇ ਹਾਂ ਕਿ ਹੇ ਪ੍ਰਮਾਤਮਾ, ਤੂੰ ਸਾਡੇ ਤੇ ਆਪਦੀ ਮਿਹਰ ਹੀ ਬਣਾਈ ਰੱਖ। ਮਤਲਬ ਇਸੇ ਤਰ੍ਹਾਂ ਹੀ ਸਾਨੂੰ ਪ੍ਰਕਾਸ਼ ਦਿਖਦਾ ਰਹੇ। ਜਾਂ ਪਾਤਸ਼ਾਹ ਜੀ ਫਰਮਾਉਂਦੇ ਨੇ, ਤੂੰ ਕਰ ਕਿਰਪਾ ਪ੍ਰਭ ਆਪਣੀ। ਜਿਹਦੇ ਤੇ ਤੂੰ ਆਪਣੀ ਕਿਰਪਾ ਮਿਹਰ ਕਰਦਾ, ਉਸ ਦੇ ਮਨ ਅੰਦਰ ਦਿਨ ਰਾਤ ਵਸ ਜਾਂਦਾ ਹੈ। ਬਾਲ ਬਾਲ ਜਾਓ ਸਿਆਮ ਸੁੰਦਰ ਕਉ। ਮਾਇਆ ਸਬਲ ਰੂਪ ਸਿਆਮ ਤੇ ਸਤਿਚਿਤ ਆਨੰਦ ਰੂਪ ਸੋਹਣੇ ਪਰਮਾਤਮਾ ਦੇ ਉੱਪਰੋਂ ਅਸੀਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਕੁਰਬਾਨ ਜਾਂਦੇ ਆ। ਅਕਾਥ ਖਤਾ ਜਾ ਕੀ ਬਾਤ ਸੁਣੀ। ਜਿਸ ਪਰਮਾਤਮਾ ਦੀ ਸਾਧ ਸੰਗਤ ਵਿੱਚ ਕਥਨ ਤੋਂ ਰਹਿਤ ਕਥਾ ਦੀ ਬਾਤ ਗੱਲ ਸੁਣਨਾ ਕੀਤੀ ਹੈ। ਇਹ ਜੋ ਕਥਾ ਹੈ ਇਹ ਤੁਹਾਨੂੰ ਇੱਥੋਂ ਹੀ ਸੁਣਨ ਨੂੰ ਪ੍ਰਾਪਤ ਹੋਏਗੀ। ਦੁਨੀਆ ਦੀ ਕੋਈ ਵੀ ਜਗ੍ਹਾ ਨਹੀਂ ਜਿੱਥੋਂ ਕਿ ਐਸੀ ਕਥਾ ਸੁਣਨ ਨੂੰ ਮਿਲੇ। ਕਿਤੇ ਵੀ ਚਲੇ ਜਾਈਏ ਸਭ ਪੈਸੇ ਦੀ ਬਾਤ ਹੈ। ਸੋ ਗੰਦੇ ਮੰਦੇ ਗੀਤ ਗਾਣੇ, ਹੋਰ ਸਟੋਰੀਆਂ, ਨਿੰਦਿਆ, ਚੁਗਲੀ, ਈਰਖਾ, ਦਵੈਸ਼ ਦੀਆਂ ਬਾਤਾਂ ਨੇ। ਸੋ ਖੱਲਰ ਮਚਿਆ ਹੋਇਆ ਸੰਸਾਰ ਦੇ ਵਿੱਚ, ਕਿਤੇ ਵੀ ਚਲੇ ਜਾਓ। ਤੋ ਇਸ ਲਈ ਇਹ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਇਹ ਸਭ ਤੋਂ ਉੱਤਮ ਦਾਤ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਇਹ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚੋਂ ਹੀ ਤੁਹਾਨੂੰ ਮਿਲੂਗੀ। ਕਈ ਵਾਰ ਮੈਂ ਸੋਚਿਆ ਕਿ ਦਰਸ਼ਨ ਤਾਂ ਕਰੀਏ, ਵੇਖੀਏ ਤਾਂ ਸਹੀ, ਪ੍ਰੋਗਰਾਮ ਅਟੈਂਡ ਤਾਂ ਕਰਨਾ ਚਾਹੀਦਾ, ਕੋਈ ਹਰਜ ਤਾਂ ਨਹੀਂ, ਪਰ ਦਿਲ ਹੀ ਨਹੀਂ ਲੱਗਦਾ। ਬੰਬੇ ਉਹ ਇੱਕ ਵਾਰ
ਕੋਈ ਜ਼ਬਰਦਸਤੀ ਲੈ ਗਿਆ ਪ੍ਰੇਮ ਭਾਵ ਦੇ ਨਾਲ, ਉੱਥੇ ਦਿਲ ਹੀ ਨਾ ਲੱਗੇ। ਤੋ ਉਹ ਗੁਰੂ ਸਾਹਿਬ ਉੱਪਰ ਬੈਠੇ ਹੋਏ ਜਿਹੜੇ ਚੇਲੇ ਵੱਖਰ ਵੱਖਰੇ ਸਟੇਟਾਂ ਤੋਂ, ਜਿਸ ਤਰ੍ਹਾਂ ਟੂਰਨਾਮੈਂਟ ਲੱਗਾ ਹੁੰਦਾ, ਜਿਸ ਤਰ੍ਹਾਂ ਫੌਜੀਆਂ ਦੀ ਪਰੇਡ ਹੁੰਦੀ, ਕੋਈ ਵਾਹਿਗੁਰੂ ਨਾਮ ਦੀ ਬਾਤ ਨਹੀਂ, ਕੋਈ ਕਥਾ ਨਹੀਂ, ਕੋਈ ਕੀਰਤਨ ਨਹੀਂ। ਰਾਹ ਜਾਂਦੇ ਆ, ਕਈ ਵਾਰ ਰੌਲਾ ਸੁਣੀਦਾ, ਖਲੋ ਜਾਈਦਾ, ਦਿਲ ਹੀ ਨਹੀਂ ਲੱਗਦਾ। ਹੁੰਦਾ ਜਗਰਾਤਾ ਹੈ, ਨਾਮ ਸ਼ਿਵਜੀ ਮਹਾਰਾਜ ਦਾ, ਦੇਵੀਆਂ ਦਾ ਅਤੇ ਟਿਊਨਾਂ ਗਾਣਿਆਂ ਦੀਆਂ। ਉਹ ਮਾਨਸਿਕ ਬਿਰਤੀ ਦੁਨਿਆਵੀ ਪਾਸੇ ਭਟਕ ਜਾਂਦੀ ਹੈ। ਰੱਬ ਦੇ ਨਾਮ ਦੀ ਗੱਲ ਹੀ ਕੋਈ ਨਹੀਂ। ਕਿਤੇ ਮਰਜ਼ੀ ਚਲੇ ਜਾਓ, ਧਾਰਮਿਕ ਸਥਾਨਾਂ 'ਤੇ ਵੀ ਦਿਲ ਲਾਉਣਾ ਔਖਾ ਹੋ ਜਾਂਦਾ, ਜਿੱਥੇ ਕੀਰਤਨ ਨਹੀਂ ਹੁੰਦਾ, ਕਥਾ ਨਹੀਂ ਹੁੰਦੀ। ਅਤੇ ਇਸ ਵਾਸਤੇ ਇਹ ਗੁਰੂ ਸਾਹਿਬ ਦੀ ਉੱਤਮ ਦਾਤ ਹੈ, ਜੋ ਬਾਦਸ਼ਾਹ ਦੀ ਹਜ਼ੂਰੀ ਵਿੱਚੋਂ ਹੀ, ਗੁਰਦੁਆਰੇ ਦੇ ਅੰਦਰੋਂ ਹੀ ਤੁਹਾਨੂੰ ਸੁਣਨ ਨੂੰ ਮਿਲੂਗੀ। ਬਾਕੀ ਹੋਰ ਸਭ ਦੂਜੀਆਂ ਦੁਨਿਆਵੀ ਬਾਤਾਂ ਹਨ। ਇਸ ਲਈ ਅਕਥ ਕਥਾ ਜਾ ਕੀ ਬਾਤ ਸੁਣੀ। ਜਿਸ ਗੁਰੂ ਦੇ ਦੁਆਰੇ ਤੋਂ ਬਲ ਬਲ ਜਾਓ ਸਿਆਮ ਸੁੰਦਰ ਕੋ, ਸਿਆਮ ਸੁੰਦਰ ਪਰਮਾਤਮਾ ਦੀ ਅਕਥ ਕਥਾ ਵਾਲੀ ਗੱਲ ਸੁਣੀ ਹੈ। ਅਤੇ ਸੁਣਮਨ ਅਕਥ ਕਥਾ ਹਰਨਾਮ, ਜਿਹੜੀ ਪਾਤਸ਼ਾਹ ਜੀ ਦੀ ਅਕਥ ਕਥਾ ਹੈ, ਜਿੱਥੋਂ ਸੁਣੀਏ ਉਹਦੇ ਤੋਂ ਬਲਿਹਾਰ ਜਾਈਏ। ਜਨ ਨਾਨਕ ਦਾਸਨ ਦਾਸ ਕਹੀਅਤ ਹੈ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਅਸੀਂ ਤੇਰੇ ਦਾਸਾਂ ਸੇਵਕਾਂ ਦੇ ਸੇਵਕ ਆਖੇ ਜਾਂਦੇ ਹਾਂ। ਮੋਹਿ ਕਰਹੁ ਕਿਰਪਾ ਠਾਕੁਰ ਆਪਣੀ, ਮੇਰੇ ਉੱਪਰ ਆਪ ਦੀ ਮਿਹਰ ਕਰ ਦੇਵੋ। ਇਹ ਠਾਕੁਰ ਸੁਆਮੀ ਪਰਮਾਤਮਾ ਜੀ, ਆਪ ਦੀ ਭਾਵ ਭਗਤੀ ਮੈਨੂੰ ਬਖਸ਼ਿਸ਼ ਕਰੋ, ਐਸੀ ਕਿਰਪਾ ਮੋਹਿ ਕਰੋ। ਅਤੇ ਸੰਤੈ ਚਰਨ ਹਮਾਰੋ ਮਾਥਾ, ਨੈਣ ਦਰਸ ਤਨ ਧੂਰ ਭਰੋ। ਮੇਰਾ ਮੱਥਾ ਸੰਤਾਂ ਦੇ ਚਰਨਾਂ ਵਿੱਚ ਹੋਵੇ, ਅਤੇ ਜਿਹੜੀਆਂ ਮੇਰੀਆਂ ਅੱਖਾਂ ਨੇ ਆਪ ਦੇ ਦਰਸ਼ਨ ਕਰਕੇ, ਆਪ ਦੀ ਸੰਗਤ ਦੇ ਦਰਸ਼ਨ ਕਰਕੇ ਸਫਲ ਹੋਣ। ਐਸੀ ਮੇਰੇ ਦੀ ਕਿਰਪਾ ਕਰੋ ਜੀ, ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤੇ ਹੀ। ਬਿਲਾਵਲ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਬਿਲਾਵਲ ਰਾਗ ਵਿੱਚ ਇਹ ਸ਼ੋ ਪਾਵਨ ਉਪਦੇਸ਼ ਬਖਸ਼ਦੇ ਨੇ। ਹਰ ਕੇ ਚਰਨ ਜਪ ਜਾਉ ਕੁਰਬਾਨ, ਹੇ ਪ੍ਰਮਾਤਮਾ, ਹੈ ਮੇਰਿਆ ਮਨਾ, ਪਰਮਾਤਮਾ ਦੇ ਨਾਮ ਰੂਪ ਚਰਨਾਂ ਨੂੰ ਜਪ ਕੇ ਸਿਮਰ ਕੇ ਉਸ ਤੋਂ ਕੁਰਬਾਨ ਜਾਣਾ ਕਰੋ। ਜਾਂ ਮੈਂ ਹਰੀ ਦੇ ਚਰਨਾਂ ਨੂੰ ਹਿਰਦੇ ਵਿੱਚ ਜਪਣਾ ਕਰਾਂ, ਭਾਵ ਧਿਆਨ ਧਰ ਕੇ ਵਿੱਚ ਵਸਾਉਂਦਾ ਹਾਂ। ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ, ਹਰ ਬਾਣੀ ਕਰਕੇ, ਸਰੀਰ ਕਰਕੇ ਹਰੀ ਦੇ ਉੱਪਰੋਂ ਬਲਿਹਾਰ ਜਾਂਦਾ, ਮਨ ਕਰਕੇ ਚਰਨ ਹਿਰਦੇ 'ਚ ਵਸਾਉਂਦਾ। ਮੇਰਾ ਗੁਰੂ ਪਾਪਾਂ ਅਤੇ ਪੁੰਨਾਂ ਤੋਂ ਪਰੇ ਵਿਆਪਕ ਸਰੂਪ ਪਰਮੇਸ਼ਰ ਦਾ ਰੂਪ ਹੈ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਿਆ ਸਮਾਏ। ਤਾਂ ਕਾ ਹਿਰਦੈ ਤਰ ਮਨ ਧਿਆਨ, ਇਹ ਮੇਰੇ ਮਨਾ, ਤੂੰ ਹਿਰਦੇ ਦੇ ਅੰਦਰ ਤਿਸ ਗੁਰੂ ਦਾ ਧਿਆਨ ਧਾਰਨਾ ਕਰ, ਜਾਂ ਗੁਰਾਂ ਦੇ ਮੰਤਰ ਦੁਆਰਾ ਹਿਰਦੇ ਅੰਦਰ ਤਿਸ ਗੁਰੂ ਦਾ ਧਿਆਨ ਧਾਰਨ ਕਰ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਸਿਮਰ 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 ਸੁਖ ਦਾਤਾ, ਇਹ ਭਾਈ ਜੋ ਸਿਮਰਨ ਯੋਗ ਸੁੱਖਾਂ ਦੇ ਦੇਣ ਵਾਲਾ ਦਾਤਾ ਪਰਮਾਤਮਾ ਹੈ, ਉਹਦੇ ਸਿਮਰਨ ਨੂੰ ਯਾਦ ਕਰੋ। ਜਾਂ ਸੁਖ ਦਾਤੇ ਪ੍ਰਭੂ ਨੂੰ ਮਨ ਕਰਕੇ ਸਿਮਰੋ, ਬਾਣੀ ਕਰਕੇ ਸਿਮਰੋ, ਅਤੇ ਸਰੀਰ ਕਰਕੇ ਵੀ ਗੁਰਮੁਖ ਰੋਮ ਰੋਮ ਹਰਿ ਧਿਆਵੈ, ਸਿਮਰਨ ਦੇ ਵਿੱਚ ਜੁੜਨਾ ਕਰੋ। ਜਾਂ ਕਾ ਕੀਆ ਸਗਲ ਜਹਾਨ, ਜਿਸ ਪਰਮਾਤਮਾ ਦਾ ਸਾਰਾ ਜਹਾਨ, ਇਹ ਸੰਸਾਰ ਪੈਦਾ ਕੀਤਾ ਹੋਇਆ ਹੈ। ਰਸਨਾ ਰਵੋ ਏਕ ਨਾਰਾਇਣ, ਇਹ ਭਾਈ ਆਪਣੀ ਰਸਨਾ ਜ਼ਬਾਨ ਕਰਕੇ ਅਦੁੱਤੀ ਪਰਮਾਤਮਾ ਦੇ ਜਸ
ਨਾਮ ਨੂੰ ਉਚਾਰਨ ਕਰੋ। ਸਾਚੀ ਦਰਗਹ ਪਾਵਹੁ ਮਾਨ। ਤਦ ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਤੁਸੀਂ ਮਾਣ ਸਤਿਕਾਰ ਪਾਉਣਾ ਕਰੋਗੇ। ਸਾਧੂ ਸੰਗ ਪ੍ਰਾਪਤ ਜਾਂ ਕਉ। ਜਿਨ੍ਹਾਂ ਮਨੁੱਖਾਂ ਨੂੰ ਸ੍ਰੇਸ਼ਟ ਸੰਤ ਜਨਾਂ ਦਾ ਸਾਥ ਪ੍ਰਾਪਤ ਹੋਇਆ ਹੈ, ਜਿਨਹੀ ਪਾਇਆ ਇਹੋ ਨਿਦਾਨ। ਜਿਨ੍ਹਾਂ ਨੇ ਹੀ ਇਹ ਨਾਮ ਜਾਂ ਸੱਚੀ ਦਰਗਾਹ ਦੇ ਵਿੱਚ ਆਦਰ ਪਾਉਣ ਰੂਪ ਖਜ਼ਾਨਾ ਪਾਉਣਾ ਕੀਤਾ ਹੈ। ਗਾਵੋ ਗੁਣ ਕੀਰਤਨ ਨਿਤ ਸੁਆਮੀ। ਇਹ ਮੇਰੇ ਸੁਆਮੀ ਮਾਲਕ ਪਰਮਾਤਮਾ, ਮੈਂ ਤੇਰੇ ਗੁਣ ਅਤੇ ਕੀਰਤਨ ਜਸ ਜਾਂ ਕੀਰਤਨ ਰੂਪ ਦੇ ਵਿੱਚ ਤੇਰੇ ਗੁਣਾਂ ਨੂੰ ਨਿਤਾ ਪ੍ਰਤੀ ਗਾਉਣਾ ਕਰਾਂ। ਕਰ ਕਿਰਪਾ ਨਾਨਕ ਦੀਜੈ ਦਾਨ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਵਾਹਿਗੁਰੂ ਦੇ ਕੋਲੋਂ ਕੀ ਮੰਗ ਮੰਗਣੀ ਹੈ ਕਿ ਹੇ ਵਾਹਿਗੁਰੂ ਤੂੰ ਕਿਰਪਾ ਦੀ ਦ੍ਰਿਸ਼ਟੀ ਕਰਕੇ ਸਾਨੂੰ ਇਹ ਦਾਨ ਦੇਣਾ ਕਰ ਕਿ ਅਸੀਂ ਹਮੇਸ਼ਾ ਹੀ ਤੇਰੀ ਬਾਣੀ ਦਾ ਕੀਰਤਨ ਹੀ ਗਾਉਂਦੇ ਰਹੀਏ। ਕੀਰਤਨ ਦਾ ਅਰਥ ਜਸ ਹੈ, ਭਾਵੇਂ ਸਾਜ਼ਾਂ ਨਾਲ ਮਿਲਾ ਕੇ ਅਤੇ ਭਾਵੇਂ ਸਾਜ਼ਾਂ ਤੋਂ ਬਗੈਰ। ਇੰਝ ਇਹ ਵਾਹਿਗੁਰੂ ਹਮੇਸ਼ਾ ਹੀ ਅਸੀਂ ਤੇਰੀ ਬਾਣੀ ਦਾ ਕੀਰਤਨ, ਤੇਰੇ ਜਸ ਨੂੰ ਗਾਇਨ ਕਰਦੇ ਰਹੀਏ। ਬਿਲਾਵਲ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਿਲਾਵਲ ਰਾਗ ਵਿੱਚ ਅਗਲਾ ਸ਼ਬਦ ਉਚਾਰ ਰਹੇ ਨੇ। ਰਾਖ ਲਈਏ ਸਤਿਗੁਰ ਕੀ ਸਰਣ। ਇਹ ਭਾਈ ਜਿਹੜੇ ਮਨੁੱਖ ਸਤਿਗੁਰੂ ਜੀ ਓਟ 'ਚ ਪਏ ਨੇ, ਉਹ ਸਤਿਗੁਰਾਂ ਨੇ ਆਪਦੀ ਸ਼ਰਨ ਵਿੱਚ ਆਏ ਜਾਣ ਕੇ ਬਚਾ ਲੈਣਾ ਕੀਤੇ ਹਨ। ਜਿਵੇਂ ਜਿਹੜੀ ਸ਼ੇਰਨੀ ਹੁੰਦੀ ਹੈ, ਜਿਨ੍ਹਾਂ ਦੰਦਾਂ ਦੇ ਨਾਲ ਉਹ ਸ਼ਿਕਾਰ ਕਰਦੀ ਹੈ, ਉਸੇ ਹੀ ਮੂੰਹ ਨਾਲ ਚੁੱਕ ਕੇ ਜੰਗਲ ਦੀ ਅੱਗ ਤੋਂ ਬਚਾਉਣ ਲਈ ਆਪਦੇ ਬੱਚਿਆਂ ਨੂੰ ਨਦੀ 'ਤੇ ਕਿਨਾਰੇ ਲੈ ਜਾਂਦੀ ਹੈ। ਇਸ ਵਾਸਤੇ ਜਿਹੜੀ ਮਾਇਆ ਰੱਬ ਨੇ ਨਾਗਣੀ ਛੱਡੀ ਹੈ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸੀ ਹੀ ਕੋ ਫਿਰ ਖਾਏ। ਅਤੇ ਆਪ ਹੀ ਕਿਰਪਾ ਕਰਕੇ ਉਹਦੇ ਤੋਂ ਬਚਾਉਣ ਕਰਦਾ ਹੈ। ਦੰਤ ਜੀਭ ਜਿਮ ਰਾਖ ਹੈ, ਜਿਵੇਂ 32 ਦੰਦਾਂ ਦੇ ਵਿੱਚੋਂ ਜ਼ਬਾਨ ਦੀ ਰੱਖਿਆ ਕਰਦਾ ਹੈ। ਇੰਝ ਜਿਸ ਨੂੰ ਸਾਜਨ ਰਾਖ ਸੀ ਅਤੇ ਜਿਹਨੂੰ ਸੱਜਣ ਪਰਮਾਤਮਾ ਰੱਖਦਾ, ਉਹਦੀ ਹਵਾ ਵੱਲ ਵੀ ਕੋਈ ਛੂਹ ਨਹੀਂ ਸਕਦਾ, ਉਹਦਾ ਰੋਹ ਵੀ ਬਾਂਕਾ ਨਹੀਂ ਕਰ ਸਕਦਾ। ਇਸ ਵਾਸਤੇ ਸੋ ਮਹਾਰਾਜ ਆਪ ਦੇ ਸੇਵਕਾਂ ਦੀ ਆਪ ਰੱਖਿਆ ਕਰਦਾ ਹੈ। ਆਪਣੇ ਸੇਵਕ ਹੀ ਆਪੇ ਰੱਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ, ਤਾਹ ਤਾਹ ਉਠਤਾਵੈ। ਸੇਵਕ ਕਉ ਨਿਕਟੀ ਹੋਏ ਦਿਖਾਵੈ। ਜੋ ਜੋ ਕਹੈ ਠਾਕੁਰ ਪੈ ਸੇਵਕ, ਤਤਕਾਲ ਹੋਏ ਆਵੈ। ਜੈ ਜੈਕਾਰ ਹੋਆ ਜਗ ਅੰਤਰ। ਉਹਨਾਂ ਗੁਰਮੁਖਾਂ ਦਾ ਜਗਤ ਦੇ ਅੰਦਰ ਜੈ ਜੈਕਾਰ ਹੋਇਆ ਹੈ। ਪਾਰ ਬ੍ਰਹਮ ਮੇਰੋ ਤਾਰਨ ਤਰਣ। ਮੇਰਾ ਪਰਮਾਤਮਾ ਸੰਸਾਰ ਸਮੁੰਦਰ ਤੋਂ ਤਾਰਨ ਲਈ ਜਹਾਜ਼ ਰੂਪ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਬਿਸੰਪਰ ਪੂਰਨ ਸੁਖ ਦਾਤਾ। ਮੇਰਾ ਪਰਮਾਤਮਾ ਸਾਰੇ ਸੰਸਾਰ ਨੂੰ ਭਰਨ ਵਾਲਾ, ਪਾਲਣ ਵਾਲਾ, ਵਿਆਪਕ ਅਤੇ ਸੁੱਖਾਂ ਦਾ ਦਾਤਾ ਹੈ। ਸੁਖ ਦਾਤਾ ਭੈ ਪੰਜਨੋ, ਤਿਸ ਆਗਿਆ ਕਰ ਅਰਦਾਸ। ਮਿਹਰ ਕਰੇ ਜਿਸ ਮਿਹਰਬਾਨ, ਤਾਂ ਕਾਰਜ ਆਵੈ ਰਾਸ। ਸਗਲ ਸਮਗਰੀ ਪੋਖਣ ਭਰਨ। ਸਾਰੀ ਸੰਸਾਰ ਰੂਪ ਸਮੱਗਰੀ ਨੂੰ ਭਰਨ ਵਾਲਾ, ਤ੍ਰਿਪਤ ਕਰਕੇ ਪਾਲਣ ਵਾਲਾ ਹੈ। ਥਾਨ ਥਨੰਤਰ ਸਰਬ ਨਿਰੰਤਰ। ਜੋ ਮੇਰਾ ਪਰਮਾਤਮਾ ਥਾਵਾਂ ਤੇ ਥਾਵਾਂ ਦੇ ਅੰਦਰ ਰਹਿਣ ਵਾਲੇ ਜੀਵਾਂ, ਪਾ ਮਕਾਨ ਦੇ ਮਕਾਨੀਆਂ ਅਤੇ ਸਾਰੇ ਸਰੀਰਾਂ ਵਿੱਚ ਇੱਕ ਰਸ ਵਿਆਪਕ ਹੋ ਰਿਹਾ ਹੈ। ਕੀੜੀ 'ਚ ਵੀ ਉਹੀ ਵਾਹਿਗੁਰੂ ਹੈ, ਹਾਥੀ 'ਚ ਵੀ ਉਹੀ ਹੈ। ਕਹਿੰਦੇ ਨੇ ਚੀਟੀ ਤੇ ਕੁੰਚਰ ਅਸਤੂਲਾ। ਕੁੰਚਰ ਨਾਮ ਹੈ ਹਾਥੀ ਦਾ, ਚੀਟੀ ਨਾਮ ਹੈ ਕੀੜੀ ਦਾ।
ਚੀਟੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਇਉਂ ਸਭਨਾਂ ਦੇ ਵਿੱਚ ਉਹਦੀ ਬਖਸ਼ਿਸ਼ ਕਿਰਪਾ ਵਸ ਰਹੀ ਹੈ। ਬਾਲ ਬਾਲ ਜਾਈ ਹਰ ਕੇ ਚਰਨ। ਮੈਂ ਇੰਜ ਵੇਖ ਕੇ ਉਸ ਪਰਮਾਤਮਾ ਦੇ ਚਰਨ ਕਮਲਾਂ ਤੋਂ ਬਲਿਹਾਰ ਕੁਰਬਾਨ ਜਾਂਦਾ, ਮਨ ਕਰਕੇ ਬਾਣੀ ਕਰਕੇ। ਜੀ ਜੁਗਤ ਵਸ ਮੇਰੇ ਸੁਆਮੀ। ਇਹ ਮੇਰੇ ਮਾਲਕ ਪਰਮਾਤਮਾ ਸਭ ਜੀਵਾਂ ਦੇ ਪਾਲਣ ਪੋਸ਼ਣ ਆਦਿਕ ਦੀ ਜੁਗਤੀ ਵਿਧੀ ਤੇਰੇ ਹੀ ਵਸ ਅਧੀਨ ਹੈ। ਸਰਬ ਸਿੱਧ ਤੁਮ ਕਾਰਨ ਕਰਨ। ਸਾਰੀਆਂ ਮੁਕਤੀਆਂ ਤੇਰੇ ਹੱਥ ਵਿੱਚ ਨੇ ਤੇ ਤੂੰ ਹੀ ਕਾਰਨ ਸੰਸਾਰ ਨੂੰ ਕਰਨ ਰਚਣ ਵਾਲਾ ਹੈ। ਆਦ ਜੁਗਾਦ ਪ੍ਰਭ ਰਖਦਾ ਆਇਆ। ਇਹ ਪ੍ਰਮਾਤਮਾ ਤੂੰ ਆਦ ਜੁਗਾਦ ਮੁੱਢ ਤੋਂ ਸਦਾ ਸਦਾ ਆਪਣੇ ਭਗਤਾਂ ਨੂੰ ਰੱਖਦਾ ਆਇਆ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਾਂ ਨਾਨਕ ਐਸਾ ਹਰ ਸੇਵਿਆ, ਅੰਤ ਲਈ ਛਡਾਇਆ। ਹਰ ਸਿਮਰਤ ਨਾਨਕ ਨਹੀਂ ਡਰਨਾ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਤੇਰਾ ਹਰੀ ਨਾਮ ਅਰਾਧਨ ਦੇ ਨਾਲ ਕੋਈ ਵੀ ਡਰ ਭੈ ਨਹੀਂ ਲੱਗਦਾ। ਬਿਰਾਗ ਬਿਲਾਵਲ ਮਹੱਲਾ ਪੰਜਵਾ। ਬਿਲਾਵਲ ਰਾਗ ਦੇ ਅੰਦਰ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਸ਼ਬਦ ਉਚਾਰ ਰਹੇ ਨੇ। ਦੋ ਪਾਦੇ ਘਰ ਅੱਠਵਾਂ। ਦੋ ਪਦਾਂ ਵਾਲੇ ਸ਼ਬਦ ਅੱਠਵੇਂ ਘਰ ਸੁਰ ਤਾਲ ਦੇ ਵਿੱਚ ਉਚਾਰ ਰਹੇ ਹਨ। ਇੱਕ ਓੰਕਾਰ। ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ। ਸਤਿਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਮੈਂ ਨਹੀਂ ਪ੍ਰਭ ਸਭ ਕਿਛ ਤੇਰਾ। ਇੰਜ ਬੇਨਤੀ ਕਰੀਏ, ਇਹ ਪ੍ਰਮਾਤਮਾ ਮੈਂ ਆਪਣੇ ਆਪ ਕੁਝ ਵੀ ਨਹੀਂ ਹਾਂ। ਭਾਵ ਨਾ ਸਥੂਲ ਦੇਹ ਹਾਂ, ਨਾ ਸੂਖਮ ਹਾਂ ਅਤੇ ਨਾ ਹੀ ਕਾਰਨ ਦੇਹ ਹਾਂ। ਮੈਂ ਸਾਰਾ ਕੁਝ ਤੇਰਾ ਹੀ ਸਮਝਿਆ ਹੋਇਆ ਹੈ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਿਆ ਮੇਰਾ। ਜੇ ਮੈਂ ਪ੍ਰਧਾਨ ਹਾਂ ਤਾਂ ਗੁਰਦੁਆਰੇ ਕਰਕੇ ਹਾਂ, ਜੇ ਸੇਵਾਦਾਰ ਹਾਂ ਤਾਂ ਤੇਰੀ ਸੇਵਾ ਕਰਕੇ ਹਾਂ, ਜੇ ਮੈਂ ਗਿਆਨੀ ਹਾਂ ਤਾਂ ਤੇਰੇ ਬਖਸ਼ੇ ਗਿਆਨ ਕਰਕੇ ਹਾਂ, ਜੇ ਮੈਂ ਕਥਾ ਵਾਚਕ ਹਾਂ ਤਾਂ ਤੇਰੀ ਬਾਣੀ ਕਰਕੇ ਹਾਂ। ਤੋ ਜੇ ਮੈਂ ਗ੍ਰੰਥੀ ਹਾਂ ਤੇ ਇਹ ਗੁਰੂ ਗ੍ਰੰਥ ਸਾਹਿਬ ਤੇਰੇ ਕਰਕੇ ਹੀ ਹਾਂ। ਗੁਰਦੁਆਰੇ ਭਾਵੇਂ ਕੋਈ ਕਰੋੜ ਰੁਪਈਆ ਰੱਖ ਦੇ ਤਾਂ ਵੀ ਮੁੱਲ ਥੋੜ੍ਹਾ ਸਿੱਖ ਦਾ। ਅਤੇ ਗੇਟੋਂ ਬਾਹਰ ਬੰਦਾ ਕੱਖ ਨੂੰ ਵੀ ਹੌਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਤੋਂ ਬਗੈਰ ਕਾਣੀ ਕੌਡੀ ਵੀ ਕੀਮਤ ਨਹੀਂ। ਪਰ ਬਾਣੀ ਦੇ ਨਾਲ, ਕਿਉਂਕਿ ਹਰ ਨਾਮ ਅਮੋਲਕ ਹੈ, ਮੁੱਲ ਨਾ ਪਾਇਆ ਜਾਏ। ਮਹਾਰਾਜ ਦੇ ਨਾਮ ਕਰਕੇ, ਬਾਣੀ ਕਰਕੇ ਸਭ ਕੁਝ ਅਮੋਲਕ ਬਣ ਜਾਂਦਾ। ਅਤੇ ਜੇ ਨਾਮ ਬਾਣੀ ਨਹੀਂ, ਗੁਰੂ ਸਾਹਿਬ ਤੋਂ ਬਗੈਰ ਫਿਰ ਕੋਈ ਵੀ ਮੁੱਲ ਨਹੀਂ ਹੈ। ਅਤੇ ਇਸ ਵਾਸਤੇ ਜੋ ਵੀ ਕੁਛ ਮੈਂ ਹਾਂ, ਇਹ ਮੇਰੇ ਵਾਹਿਗੁਰੂ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ। ਜੇ ਮੈਂ ਪਾਠੀ ਹਾਂ ਅਤੇ ਅਖੰਡ ਪਾਠ ਹੁੰਦੇ ਨੇ ਤਾਂ ਹੀ ਪਾਠੀ ਹਾਂ। ਜੇ ਪਾਠ ਹੀ ਨਾ ਹੋਣ ਤਾਂ ਫਿਰ ਪਾਠੀ ਕਿੱਥੋਂ ਹੋ। ਇਸ ਵਾਸਤੇ ਜੋ ਵੀ ਕੁਝ ਹਾਂ, ਜੇ ਆਪਾਂ ਬੰਦੇ ਹੀ ਬਣੇ ਆ ਸਮਝ ਲਓ, ਅਤੇ ਬੰਦੇ ਵੀ ਰੱਬ ਨੇ ਬਣਾਏ ਨੇ ਤੇਰੇ ਕਰਕੇ ਹੀ ਆ। ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਜੇ ਵਿੱਚੋਂ ਜੋਤ ਹੀ ਰੱਬ ਖਿੱਚ ਲਏ ਫਿਰ ਬੰਦਾ ਕੌਣ ਕਹੂਗਾ। ਉਹਨੂੰ ਤਾਂ ਸਾਰੇ ਕਹਿਣਗੇ ਵੀ ਮੁਰਦਾ ਹੈ ਜੀ, ਇਹ ਡੈਡ ਬੋਡੀ, ਇਹ ਲਾਸ਼ ਹੈ, ਇਹਦੇ ਲਾਗੇ ਨਾ ਜਾਓ। ਜੇ ਜਾਣਾ ਤਾਂ ਫਿਰ ਕੇਸੀ ਇਸ਼ਨਾਨ ਕਰੋ, ਝਾਟੀ ਸਰੀਰ ਅਪਵਿੱਤਰ ਹੋ ਜਾਂਦਾ। ਤਾਂ ਇਸ ਵਾਸਤੇ ਜੇ ਮਨੁੱਖ ਹਾਂ, ਬੰਦੇ ਹਾਂ, ਤਾਂ ਵੀ ਉਹਦੀ ਜੋਤ ਕਰਕੇ ਹਾਂ। ਜੋ ਸੰਸਾਰ ਦੇ ਵਿੱਚ ਜੋ ਵੀ ਆਪਣੇ ਪਾਸ ਹੈ, ਅੰਨ ਹੈ, ਧਨ ਹੈ, ਘਰ-ਬਾਰ ਹੈ, ਰਿਸ਼ਤੇਦਾਰੀ, ਮਿੱਤਰ, ਦੋਸਤ, ਇਹ ਸਭ ਵਾਹਿਗੁਰੂ ਦੀ ਬਖਸ਼ਿਸ਼ ਹੈ। ਜਨਮ ਵਕਤ ਕੌਣ ਨਾਲ ਲੈ ਕੇ ਆਇਆ ਸੀ?
ਤੋ ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹਿ ਹੈ ਰਾਜਾ ਰਾਣਾ, ਸੰਪੈ ਹੇਤ ਕਲਤ ਧਨ ਤੇਰਾ। ਤੋ ਇੰਝ ਮਹਾਰਾਜ ਸਾਹਿਬ ਫਰਮਾਉਂਦੇ ਨੇ ਕਿ ਬੰਦਾ ਆਇਆ ਵੀ ਇਕੱਲਾ ਤੇ ਜਾਣਾ ਵੀ ਇਕੱਲੇ ਪੈਣਾ। ਇਹ ਜੋ ਕੁਛ ਵਾਹਿਗੁਰੂ ਦੀ ਬਦੌਲਤ ਸਾਨੂੰ ਗੋਡ ਗਿਫਟ ਮਿਲਿਆ ਹੋਇਆ। ਗਿਫਟ ਹੁੰਦਾ ਜਿਹੜਾ ਪੈਸੇ ਤੋਂ ਬਗੈਰ ਮਿਲੇ। ਆਪਾਂ ਇਹਦੇ ਪੈਸੇ ਨਹੀਂ ਧਾਰੇ, ਕੋਈ ਕਿਰਾਇਆ ਨਹੀਂ ਦਿੰਦੇ ਹਾਂ, ਸਾਨੂੰ ਫ੍ਰੀ ਦੇ ਵਿੱਚ ਸਭ ਕੁਛ ਪ੍ਰਾਪਤ ਹੋਇਆ ਹੈ। ਇਸ ਲਈ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ, ਕਿਆ ਲਾਗਿਆ ਮੇਰਾ ਮੈਂ ਨਾਹੀ, ਪ੍ਰਭ ਸਭ ਕਿਛ ਤੇਰਾ। ਇਹ ਵਾਹਿਗੁਰੂ ਮੈਂ ਕੁਝ ਨਹੀਂ ਹਾਂ, ਸਭ ਕੁਝ ਤੇਰਾ ਹੀ ਹੈ। ਇਹ ਕਥਾ ਤਾਂ ਆਪਾਂ ਕਰ ਦਿੱਤੀ, ਪਰ ਸਮਝ ਨਹੀਂ ਆਉਂਦੀ। ਅਵਸਥਾ ਬੜੀ ਮੁਸ਼ਕਲ ਬਣਦੀ ਹੈ। ਜਿੰਨਾ ਮਰਜ਼ੀ ਆਪਾਂ ਇਸ ਗੱਲ ਨੂੰ ਪੜ੍ਹੀਏ ਵਿਚਾਰੀਏ, ਅਤੇ ਪਰ ਜੀਵਨ ਦੇ ਵਿੱਚ ਧਾਰਨ ਤਾਂ ਹੁੰਦੀ ਹੈ ਜੇ ਵਾਹਿਗੁਰੂ ਦੀ ਕਿਰਪਾ ਹੋਵੇ। ਕਹਿਣ ਮੁਤਾਬਕ ਤਾਂ ਆਪਾਂ ਕਹਿ ਦਿੰਦੇ ਹਾਂ, ਅਤੇ ਪਰ ਸਮਝਦੇ ਨਹੀਂ ਹਾਂ। ਇਹ ਵਾਹਿਗੁਰੂ ਕਿਰਪਾ ਕਰਨ। ਈਗੈ ਨਿਰਗੁਣ ਊਗੈ ਸਰਗੁਣ, ਈਗੈ ਇਸ ਪਾਸੇ ਭਾਵ ਸੰਸਾਰ ਵੇਲ ਗੁਣਾਂ ਤੋਂ ਹੀਣ ਜੀਵ ਰੂਪ, ਅਤੇ ਉਗੈ ਉਸ ਪਾਸੇ ਭਾਵ ਪਰਲੋਕ ਵੱਲ ਮਾਇਆ ਸਬਲ ਹੋ ਕੇ ਸਰਗੁਣ ਸਰੂਪ। ਇਹਨਾਂ ਦੋਵਾਂ ਦੇ ਵਿੱਚ ਕੇਲ ਕਰਤ ਵਿੱਚ ਸੁਆਮੀ ਮੇਰਾ, ਮੇਰਾ ਜਿਹੜਾ ਸੁਆਮੀ ਮਾਲਕ ਹੈ ਇਹਨਾਂ ਦੋਨਾਂ ਦੇ ਵਿੱਚ ਖੇਲ ਕਰ ਰਿਹਾ ਹੈ। ਜੀਵ ਅਤੇ ਈਸ਼ ਦੇ ਵਿੱਚ, ਨਿਰਗੁਣ ਅਤੇ ਸਰਗੁਣ ਦੇ ਵਿੱਚ। ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਨਗਰ ਮਹਿ ਆਪ ਬਾਹਰ ਭੁਨ ਆਪਨ, ਸਰੀਰਾਂ ਰੂਪੀ ਪਿੰਡਾਂ ਸ਼ਹਿਰਾਂ ਦੇ ਵਿੱਚ ਵੀ ਆਪ ਹੈ, ਅਤੇ ਫਿਰ ਬਾਹਰ ਸੰਸਾਰ ਵਿੱਚ ਵੀ ਆਪਣਾ ਆਪ ਰੂਪ ਹੀ ਹੈ। ਜਾਂ ਇਸੇ ਪ੍ਰਕਾਰ ਨਗਰ ਮਹਿ ਆਪ ਬਾਹਰ ਭੁਨ ਆਪਨ, ਸਾਧ ਸੰਗਤ ਰੂਪੀ ਨਗਰ ਦੇ ਵਿੱਚ ਵੀ ਆਪ ਵਸਦਾ, ਜਾਂ ਦੈਵੀ ਗੁਣਾਂ ਦੇ ਸਹਿਤ ਅੰਤਿਕਰਨ ਰੂਪੀ ਨਗਰ ਵਿੱਚ ਵੀ ਆਪ ਵਸ ਰਿਹਾ, ਅਤੇ ਫਿਰ ਬਾਹਰ ਤਿੰਨਾਂ ਗੁਣਾਂ ਤੋਂ ਅਤੀਤ ਅਵਸਥਾ ਵਿੱਚ ਵੀ ਆਪ ਹੀ ਵਸ ਰਿਹਾ ਹੈ। ਪ੍ਰਭ ਮੇਰੇ ਕੋ ਸਗਲ ਬਸੇਰਾ, ਮੇਰੇ ਪ੍ਰਮਾਤਮਾ ਦਾ ਸਭ ਥਾਵਾਂ ਦੇ ਉੱਪਰ ਵਾਸਾ ਹੈ। ਕਲਗੀਧਰ ਜੀ ਨੇ ਬਚਨ ਕੀਤੇ, ਜਲੇ ਹਰੀ ਥਲੇ ਹਰੀ, ਬਣੇ ਹਰੀ, ਗਿਰੇ ਹਰੀ, ਗੁਫੇ ਹਰੀ, ਛਿਤੇ ਹਰੀ, ਨਭੇ ਹਰੀ, ਈਹਾਂ ਹਰੀ, ਊਹਾਂ ਹਰੀ, ਜ਼ਿਮੀ ਹਰੀ, ਜ਼ਮਾਂ ਹਰੀ, ਅਕਾਲ ਹਰੀ, ਅਪਾਲ ਹਰੀ, ਅਦੋਖ ਹਰੀ, ਅਦਵੈਖ ਹਰੀ। ਅਕਾਲ ਉਸਤਤ ਦੇ ਵਿੱਚ 16 ਵਾਰ ਪੌਂਟਾ ਸਾਹਿਬ ਜਮੁਨਾ ਦੇ ਕਿਨਾਰੇ 'ਤੇ ਪਾਤਸ਼ਾਹ ਨੇ ਬਾਣੀ ਉਚਾਰੀ ਹੈ, ਅਤੇ ਇੰਨੀ ਸਮਾਧੀ ਜੁੜੀ ਕਿ 16,000 ਵਾਰ ਤੂੰ ਹੀ ਉਚਾਰ ਕੇ ਲਿਖ ਦਿੱਤਾ। ਫਿਰ ਸੋਚਿਆ ਬਣਾ ਕਿੱਡਾ ਵੱਡਾ ਗ੍ਰੰਥ ਇਹਦੇ ਨਾਲ ਹੀ ਭਰ ਜਾਊਗਾ। 16,000 ਦੀ ਬਜਾਏ 16 ਵਾਰ ਲਿਖਿਆ, ਤੂੰ ਹੀ। ਇੰਝ ਇਹ ਵਾਹਿਗੁਰੂ ਤੂੰ ਹੀ ਤੂੰ ਹੈ। ਪ੍ਰਭ ਮੇਰੇ ਕੋ ਸਗਲ ਬਸੇਰਾ, ਇਹ ਪਰਮਾਤਮਾ ਮੇਰੇ ਵਾਹਿਗੁਰੂ ਜਲ ਤਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓਂਕਾਰ। ਤੂੰ ਪਾਣੀ ਵਿੱਚ ਵੀ ਹੈ, ਖੁਸ਼ਕ ਜਗ੍ਹਾ ਦੇ ਵਿੱਚ ਵੀ ਹੈ। ਆਪੇ ਹੀ ਰਾਜਨ, ਇਹ ਪਰਮਾਤਮਾ ਤੂੰ ਆਪ ਹੀ ਰਾਜਾ ਰੂਪ ਹੈ। ਆਪੇ ਹੀ ਰਾਇਆ, ਤੇ ਆਪੇ ਹੀ ਰਈਅਤ ਪਰਜਾ ਰੂਪ ਹੈ। ਕਹਿ ਕਹਿ ਠਾਕੁਰ, ਕਿਤੇ ਕਿਤੇ ਮਾਲਕ ਹੋ ਰਿਹਾ ਹੈ, ਕਹਿ ਕਹਿ ਚੇਰਾ, ਤੇ ਕਿਤੇ ਕਿਤੇ ਦਾਸ ਰੂਪ ਹੋ ਰਿਹਾ ਹੈ। ਇਸੇ ਪ੍ਰਕਾਰ ਆਪੇ ਹੀ ਰਾਜਨ, ਰਾਜਨ ਭਾਵ ਗਿਆਨਵਾਨ ਵੀ ਤੂੰ ਆਪ ਹੀ ਹੋ ਰਿਹਾ, ਆਪੇ ਹੀ ਰਾਇਆ, ਤੇ ਆਪ ਹੀ ਪਰਜਾ ਟਿੱਕਾ ਰੂਪ ਭਾਵ ਜਗਿਆਸੂ ਹੋ ਰਿਹਾ ਹੈ। ਕਹਿ ਕਹਿ ਠਾਕੁਰ, ਕਿਤੇ ਕਿਤੇ ਆਪ ਹੀ ਮਾਇਆ ਸਬਲ ਹੋ ਕੇ ਸਭ ਦਾ ਮਾਲਕ ਹੋ ਰਿਹਾ ਹੈ। ਕਹਿ ਕਹਿ ਚੇਰਾ, ਹਰ ਕਿਤੇ ਕਿਤੇ ਅਵਿਦਿਆ ਦੇ ਅਧੀਨ ਹੋ ਕੇ ਗੁਲਾਮ
ਅਲਪਗ ਜੀਵ ਕਾ ਹਾਰਿਆ ਹੈ। ਇਸੇ ਪ੍ਰਕਾਰ ਆਪੇ ਹੀ ਰਾਜਨ ਆਪ ਹੀ ਗੁਰੂ ਰਾਮਦਾਸ ਰੂਪ ਹਰਿਮੰਦਰ ਸਾਹਿਬ ਦੇ ਅੰਦਰ ਰਾਜਾ ਬਣ ਕੇ ਬੈਠਾ ਹੋਇਆ। ਤਖਤ ਰਾਜਾ ਸੋਭੈ ਜੇ ਤਖਤ ਲਾਇਕ ਹੋਈ। ਜਾਂ ਧੰਨ ਗੁਰੂ ਗੋਬਿੰਦ ਸਿੰਘ ਰੂਪ ਤੂੰ ਹੀ ਰਾਜਾ ਹੈ। ਆਪੇ ਹੀ ਰਾਇਆ ਤੇ ਆਪੇ ਹੀ ਰਾਗੀਆਂ ਦੇ ਪਿੱਛੇ ਬੈਠ ਕੇ ਸੰਗਤ ਰੂਪ ਵਿੱਚ ਕੀਰਤਨ ਸੁਣਨ ਵਾਲਾ ਵੀ ਤੂੰ, ਰਈਅਤ ਵੀ ਆਪ ਹੈ ਸੰਗਤ ਦੇ ਵਿੱਚ। ਜਾਂ ਪੰਜ ਪਿਆਰਿਆਂ ਦਾ ਰੂਪ ਵੀ ਤੂੰ ਆਪ ਹੀ ਹੈ, ਖਾਲਸਾ ਵੀ ਤੂੰ ਆਪ ਹੀ ਹੈ। ਖਾਲਸਾ ਮੇਰੋ ਰੂਪ ਹੈ ਖਾਸ। ਕਹਿ ਠਾਕੁਰ ਕਿਤੇ ਕਿਤੇ ਤੂੰ ਠਾਕਰ ਗੁਰੂ ਗੋਬਿੰਦ ਸਿੰਘ ਹੈ। ਕਹਿ ਚੇਰਾ ਕਿਤੇ ਕਿਤੇ ਤੂੰ ਖਾਲਸਾ ਰੂਪ ਹੈ। ਸੋ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਦ ਪੰਜ ਪਿਆਰੇ ਨੂੰ ਅੰਮ੍ਰਿਤ ਛਕਾਰਿਆ ਉਦੋਂ ਤੂੰ ਠਾਕੁਰ ਹੈ। ਤੇ ਜਦ ਤੂੰ ਅੰਮ੍ਰਿਤ ਮੰਗ ਰਿਹਾ ਮੁੱਖ ਕੱਢ ਕੇ ਉਦੋਂ ਤੂੰ ਦਾਸ ਸੇਵਕ ਹੈ। ਗੁਰੂ ਸਿੱਖ, ਸਿੱਖ ਗੁਰੂ ਹੈ। ਇੱਕੋ ਗੁਰ ਉਪਦੇਸ਼ ਚਲਾਏ। ਕਾ ਕਉ ਦੋਰਾਓ ਕਾਹਦੇ ਵਾਸਤੇ ਤੇਰੇ ਕੋਲੋਂ ਛਪਾਉਣਾ ਹੈ। ਕਾ ਸਿਓ ਬਲ ਬੰਚਾ ਕਾਹਦੇ ਵਾਸਤੇ ਕਿਹਦੇ ਨਾਲ ਛਲ ਫਰੇਬ ਕਰਕੇ ਠੱਗਣਾ ਹੈ ਜਾਂ ਠੱਗੀ ਮਾਰਨੀ ਹੈ। ਜਹ ਜਹ ਪੇਖਾਓ ਅਸੀਂ ਜਿੱਥੇ ਜਿੱਥੇ ਵੀ ਵੇਖਦੇ ਹਾਂ ਤਹ ਤਹ ਨੇਰਾ ਉੱਥੇ ਉੱਥੇ ਹੀ ਹੇ ਪ੍ਰਮਾਤਮਾ ਤੂੰ ਨੇੜੇ ਤੋਂ ਨੇੜੇ ਵਸ ਰਿਹਾ। ਠੱਗੀ ਤਾਂ ਮਾਰੀਏ ਜੇ ਕੋਈ ਬੰਦਾ ਹੋਵੇ, ਤੇ ਜੇ ਤੂੰ ਹੀ ਸਾਰਿਆਂ ਦਾ ਰੂਪ ਧਾਰਿਆ ਹੋਇਆ। ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਖਸ਼ੇ ਜਿਸ ਨਦਰ ਕਰੇ। ਸਾਰਿਆਂ 'ਚ ਇੱਕ ਤੈਨੂੰ ਭਗਵਾਨ ਵੇਖਦੇ ਆ। ਫਿਰ ਠੱਗੀ ਕਿਹਦੇ ਨਾਲ ਮਾਰਨੀ ਆ? ਕਿਸੇ ਬੰਦੇ ਨਾਲ ਤਾਂ ਨਹੀਂ ਠੱਗੀ ਮਾਰੀ, ਤੇਰੇ ਨਾਲ ਮਾਰੀ ਤੇ ਤੈਨੂੰ ਪਤਾ ਹੈ। ਇਸ ਲਈ ਗੁਨਾਹਗਰ ਬਣ ਗਏ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ। ਬੰਦਾ ਕਿਸ ਨੂੰ ਆਖੀ ਹੈ ਜਾਂ ਤਿਸ ਬਿਨ ਕੋਈ ਨਾ ਹੈ। ਛਲ ਫਰੇਬ ਕਿਹਦੇ ਨਾਲ ਕਰਨਾ? ਲੜਾਈ ਜਾਂ ਝਗੜਾ ਜਿੱਦਬਾਜ਼ੀ ਕਿਹਦੇ ਨਾਲ ਕਰਨੀ? ਜੇ ਕੋਈ ਦੂਜਾ ਹੈ, ਕੋਈ ਦੂਜਾ ਹੋਏ ਸੋ ਅਵਰੋ ਕਹੀਏ, ਤੇ ਇੱਥੋਂ ਬਗੈਰ ਤਾਂ ਹੋਰ ਕੋਈ ਹੈ ਹੀ ਨਹੀਂ। ਇਹ ਬ੍ਰਹਮ ਗਿਆਨ ਦੀ ਅਵਸਥਾ ਹੈ, ਆਖਰੀ ਅਵਸਥਾ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੋ। ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਸਾਧ ਮੂਰਤ ਗੁਰ ਭੇਟਿਓ ਨਾਨਕ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਸਾਨੂੰ ਸਾਧ ਸ੍ਰੇਸ਼ਟ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਲੇ ਹਨ। ਮਿਲ ਸਾਗਰ ਬੂੰਦ ਨਹੀਂ ਅਨਹੇਰਾ। ਜਿਵੇਂ ਪਾਣੀ ਦੀ ਬੂੰਦ ਸਮੁੰਦਰ 'ਚ ਮਿਲ ਜਾਣ ਕਰਕੇ ਹੋਰ ਪਿੰਨ ਨਹੀਂ ਵੇਖੀ ਜਾਂਦੀ, ਤਿਵੇਂ ਗੁਰਾਂ ਦੇ ਨਾਲ ਮਿਲ ਕੇ ਅਸੀਂ ਜੀਵ ਰੂਪ ਬੂੰਦ ਬ੍ਰਹਮ ਰੂਪੀ ਸਮੁੰਦਰ ਦੇ ਵਿੱਚ ਅਭੇਦ ਹੋਏ ਹਾਂ। ਔਰ ਉਸ ਪ੍ਰਭੂ ਤੋਂ ਪਿੰਨ ਅਸੀਂ ਕੁਝ ਨਹੀਂ ਵੇਖਿਆ। ਭਾਵ ਸਤਿਗੁਰਾਂ ਦੀ ਕਿਰਪਾ ਕਰਕੇ ਬ੍ਰਹਮ ਦੇ ਨਾਲ ਹੁਣ ਏਕਤਾ ਹੋ ਗਈ ਹੈ। ਜਿਸ ਤਰ੍ਹਾਂ ਦਾ ਪੜ੍ਹੀਏ, ਜਿਸ ਤਰ੍ਹਾਂ ਦਾ ਸੁਣੀਏ, ਉਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ। ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਭੁੱਲਾਂ ਚੁੱਕਾ ਖਿਮਾ ਕਰਨੀ ਹੈ ਜੀ। ਅੱਗੇ ਦੋ ਸਮਤ ਬਖਸ਼ਣੀ। ਕਾਂ ਕਾਂ ਦੋਰਾਓ ਕਾਂ ਸਿਉ ਬਲ ਬੰਚਾ। ਜਹ ਜਹ ਪੇਖੋ ਤਹ ਤਹ ਨੇਰਾ। ਸਾਧ ਮੂਰਤ ਗੁਰ ਭੇਟਿਓ ਨਾਨਕ। ਮਿਲ ਸਾਗਰ ਬੂੰਦ ਨਹੀਂ ਅਨਹੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।